Yes, brother, continue. Okay. Today I want to talk about this topic. It is called, who are you pleasing, God or man? ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹਦਾ ਨਾਮ ਇਹ ਹੈ ਕਿ ਤੁਸੀਂ ਕਿਸ ਨੂੰ ਮਹਿਮਾ ਦੇ ਰਹੇ ਹੋ, ਪਰਮੇਸ਼ਰ ਨੂੰ ਜਾਂ ਕਿਸੇ ਇਨਸਾਨ ਨੂੰ। So ask yourself the question, who are you praising, God or man? ਤੁਸੀਂ ਅੱਜ ਆਪਣੇ ਆਪ ਨੂੰ ਸਵਾਲ ਪੁੱਛੋ ਤੇ ਦੱਸੋ ਕਿ ਤੁਸੀਂ ਪਰਮੇਸ਼ਰ ਨੂੰ ਮਹਿਮਾ ਦੇ ਰਹੇ ਹੋ ਜਾਂ ਲੋਕਾਂ ਨੂੰ। Have you come up with an answer? ਤੁਹਾਡੇ ਕੋਲੇ ਉੱਤਰ ਆਇਆ ਇਸ ਚੀਜ਼ ਦਾ ਕਿ ਤੁਸੀਂ ਕਿਹਨੂੰ ਮਹਿਮਾ ਦੇ ਰਹੇ ਹੋ? ਤੁਹਾਡੇ ਕੋਲੇ ਉੱਤਰ ਆਇਆ ਇਸ ਚੀਜ਼ ਦਾ ਤੇ ਦੱਸੋ If ਫਿਰ। you come up with an answer, reply. It's good to hear. ਤੇ ਜੇ ਤੁਸੀਂ ਚੁੱਪ ਬੈਠੇ ਹੋ ਨਾ, ਮਤਲਬ ਤੁਹਾਨੂੰ ਉੱਤਰ ਦਾ ਨਹੀਂ ਪਤਾ ਕਿ ਤੁਸੀਂ ਮਹਿਮਾ ਕਿਹਨੂੰ ਦੇ ਰਹੇ ਹੋ, ਇਨਸਾਨ ਨੂੰ ਦੇ ਰਹੇ ਹੋ ਜਾਂ ਪਰਮੇਸ਼ਰ ਨੂੰ ਦੇ ਰਹੇ ਹੋ। To God. To God. Good. So I'm going to talk about three stories about how we're going to look at who is pleasing God and who is pleasing man. ਅੱਜ ਅਸੀਂ ਤਿੰਨ ਕਹਾਣੀਆਂ ਨੇ ਜਿਹੜੀਆਂ ਬਾਈਬਲ ਦੇ ਵਿੱਚੋਂ ਦੇਖਾਂਗੇ, ਜਿਹੜੀਆਂ ਕਿ ਤਿੰਨ ਕਹਾਣੀਆਂ ਸਾਨੂੰ ਦੱਸਣਗੀਆਂ ਕਿ ਕਿਹੜਾ ਇਨਸਾਨ ਸੀ ਜਿਹੜਾ ਪਰਮੇਸ਼ਰ ਨੂੰ ਮਹਿਮਾ ਦੇ ਰਿਹਾ ਸੀ ਤੇ ਕਿਹੜਾ ਇਨਸਾਨ ਸੀ ਜੋ ਇੱਕ ਇਨਸਾਨ ਨੂੰ ਹੀ ਮਹਿਮਾ ਦੇ ਰਿਹਾ ਸੀ। Okay, the first one we're going to look at is Adam. You know, Adam and Eve, the very first two men and women. ਤੇ ਅੱਜ ਅਸੀਂ ਪਹਿਲਾਂ ਦੇਖਦੇ ਹਾਂ ਆਦਮ ਤੇ ਹਵਾ ਦੇ ਬਾਰੇ, ਜਿਹੜੇ ਪਹਿਲੇ ਇਨਸਾਨ ਸੀ ਇਸ ਧਰਤੀ ਤੇ, ਉਹਨਾਂ ਦੇ ਬਾਰੇ। See, God created him in his image and in his likeness and gave all the power and authority into Adam's hand. ਤੇ ਆਦਮ ਤੇ ਹਵਾ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਦੇ ਉੱਤੇ ਬਣਾਇਆ ਸੀਗਾ। ਉਹ ਇਸ ਕਰਕੇ ਬਣਾਇਆ ਸੀਗਾ ਕਿ ਉਹਨੂੰ ਪੂਰਾ ਅਧਿਕਾਰ ਸੀ, ਜਿਹੜਾ ਸ੍ਰਿਸ਼ਟੀ ਦਾ ਪੂਰਾ ਅਧਿਕਾਰ ਉਹਨਾਂ ਦੇ ਹੱਥਾਂ ਦੇ ਵਿੱਚ ਦੇ ਦਿੱਤਾ ਸੀ ਆਦਮ ਨੂੰ। So Adam was the big boss. ਤੇ ਆਦਮ ਉਸ ਸਮੇਂ ਕਹਿ ਲਓ ਵੀ ਇੱਕ ਵੱਡਾ ਬੌਸ ਬਣ ਗਿਆ। So God expected him to do what God wanted him to do on this earth. ਤੇ ਫਿਰ ਪਰਮੇਸ਼ਰ ਵੀ ਕੀ ਚਾਹੁੰਦਾ ਸੀਗਾ? ਪਰਮੇਸ਼ਰ ਚਾਹੁੰਦਾ ਸੀ ਕਿ ਜਿਸ ਕੰਮ ਲਈ ਮੈਂ ਉਹਨੂੰ ਰੱਖਿਆ ਉਹੀ ਕੰਮ ਕਰੇ, ਕਿ ਉਹ ਮੈਨੂੰ ਮਹਿਮਾ ਦੇਵੇ ਉੱਥੇ ਖੜ ਕੇ। God placed him in the garden to look after the garden. ਤੇ ਪਰਮੇਸ਼ਰ ਨੇ ਉਹਨੂੰ ਉਸ ਗਾਰਡਨ ਦੇ ਵਿੱਚ ਰੱਖਿਆ, ਜਿੱਥੇ ਕਿ ਉਹ ਬਾਗ ਦੇ ਵਿੱਚ ਰੱਖਿਆ ਕਿ ਜਿੱਥੇ ਉਸ ਦੀ ਦੇਖ ਰੇਖ ਕਰ ਸਕੇ। God told him one thing, I want you to eat all the fruit from all the trees, but only one tree I do not want you to eat from that tree. ਤੇ ਆਦਮ ਨੂੰ ਪਰਮੇਸ਼ਰ ਨੇ ਸਭ ਕੁਝ ਕਿਹਾ, ਉਸ ਸਮੇਂ ਦੇ ਵਿੱਚ ਹਦਾਇਤਾਂ ਦਿੱਤੀਆਂ ਉਸ ਬਾਗ ਦੇ ਵਿੱਚ ਕਿ ਤੂੰ ਜਿੰਨੇ ਵੀ ਇੱਥੇ ਫਲ ਲੱਗੇ ਨੇ ਤੂੰ ਸਾਰੇ ਫਲ ਖਾ ਸਕਦਾ ਹੈ, ਬਸ ਇੱਕ ਫਲ ਨੂੰ ਛੱਡ ਕੇ ਇਸ ਫਲ ਨੂੰ ਤੂੰ ਕੀ ਹੈ ਨਹੀਂ ਖਾਣਾ। So Adam was happy. He said, yes, God, yes, no problem. Yes, no problem. I'll do that. ਤੇ ਉਹ ਵੀ ਖੁਸ਼ ਹੋਇਆ, ਖੁਸ਼ ਹੋ ਕੇ ਉਹਨੇ ਕਿਹਾ ਹਾਂ ਹਾਂ ਪਰਮੇਸ਼ਰ ਟੈਨਸ਼ਨ ਨਹੀਂ, ਕੋਈ ਚੱਕਰ ਨਹੀਂ, ਮੈਂ ਇਹ ਨਹੀਂ ਕਰੂੰਗਾ। After a short while, Adam was on his own, so God decided to bring Eve on the scene. ਤੇ ਫਿਰ ਕੀ ਆਦਮ ਉਸ ਸਮੇਂ ਤੇ ਇਕੱਲਾ ਸੀਗਾ, ਤਾਂ ਫਿਰ ਪਰਮੇਸ਼ਰ ਨੇ ਇੱਕ ਫੈਸਲਾ ਕੀਤਾ ਕਿ ਉਹਨੇ ਉਹਦੇ ਸਾਥ ਦੇ ਲਈ ਕੀ ਆ ਹਵਾ ਨੂੰ ਲੈ ਕੇ ਆਂਦਾ। So now Eve became Adam's best friend, his wife. ਤੇ ਉਹ ਜਿਹੜੀ ਆਦਮ ਦੀ ਇੱਕ ਘਰ ਵਾਲੀ ਸੀ, ਜਿਹੜੀ ਹਵਾ ਸੀਗੀ, ਉਹਦੀ ਇੱਕ ਪੱਕੀ ਦੋਸਤ ਬਣ ਗਈ। Now the enemy wanted to destroy what God had created. ਤੇ ਹੁਣ ਜਿਹੜਾ ਸ਼ੈਤਾਨ ਸੀ, ਜਿਹੜਾ ਦੁਸ਼ਮਣ ਸੀਗਾ, ਉਹ ਚਾਹੁੰਦਾ ਸੀਗਾ ਉਸ ਚੀਜ਼ ਨੂੰ ਖਤਮ ਕਰਨਾ ਜੋ ਕਿ ਪਰਮੇਸ਼ਰ ਨੇ ਬਣਾਇਆ ਸੀਗਾ। So he went and tempted Eve to say, you can eat of that fruit. ਤੇ ਫਿਰ ਕੀ ਹੈ, ਜਿਹੜਾ ਉਹ ਸ਼ੈਤਾਨ ਸੀ ਉਹ ਕੀ ਹੈ ਹਵਾ ਦੇ ਕੋਲੇ ਗਿਆ, ਉਹਨੂੰ ਕੀ ਹੈ ਪਛਤਾਵੇ ਦੇ ਵਿੱਚ ਉਹਨੇ ਪਾਉਣਾ ਸ਼ੁਰੂ ਕਰਤਾ, ਪਰਤਾਵੇ ਦੇ ਵਿੱਚ, ਕਿ ਉਹਨੂੰ ਕਹਿਣ ਲੱਗਾ ਕਿ ਇਹ ਫਲ ਤੂੰ ਖਾ ਸਕਦੀ ਹੈ। Now Adam didn't want to say no to his wife. He didn't want to displease his wife. ਤੇ ਫਿਰ ਕੀ ਆਦਮ ਨੇ ਵੀ ਕੀ ਨਾ ਨਹੀਂ ਕੀਤੀ, ਕਿਉਂਕਿ ਉਹ ਕੀ ਸੀ ਆਪਣੀ ਘਰ ਵਾਲੀ ਨੂੰ ਵੀ ਖੁਸ਼ ਕਰਨਾ ਚਾਹ ਰਿਹਾ ਸੀਗਾ। He wanted to please his wife, so he said, okay, give it to me, let me eat it. ਕਿਉਂਕਿ ਉਹਨੇ ਆਪਣੀ ਕੀ ਹੈ ਘਰ ਵਾਲੀ ਦੀ ਇੱਕ ਤਰ੍ਹਾਂ ਦੀ ਮਹਿਮਾ ਕਰਨੀ ਕੀਤੀ, ਠੀਕ ਹੈ, ਤੇ ਉਹਨੇ ਉਹਨੂੰ ਇਹ ਨਹੀਂ ਕਿਹਾ ਕਿ ਨਹੀਂ, ਬਲਕਿ ਉਹਨੂੰ ਕਿਹਾ ਨਹੀਂ ਨਹੀਂ ਲਿਆ, ਮੈਂ ਖਾਣਾ ਇਸ ਚੀਜ਼ ਨੂੰ। Now what happened? ਤੇ ਫਿਰ ਹੋਇਆ ਕੀ? God had told him not to eat. ਤੇ ਪਰਮੇਸ਼ਰ ਨੇ ਕੀ ਕਿਹਾ ਸੀਗਾ? told him not to eat. ਪਰਮੇਸ਼ਰ ਨੇ ਕੀ ਕਿਹਾ ਸੀ ਕਿ ਤੂੰ ਨਹੀਂ ਖਾਣਾ। But his wife told him to eat. ਪਰ ਉਹਦੀ ਘਰ ਵਾਲੀ ਨੇ ਕੀ ਕਿਹਾ? ਤੂੰ ਖਾ। Now what did Adam do? He put his wife before God. ਤੇ ਫਿਰ ਆਦਮ ਨੇ ਕੀ ਕੀਤਾ? ਉਹਨੇ ਪਰਮੇਸ਼ਰ ਤੋਂ ਪਹਿਲਾਂ ਕੀ ਆਪਣੀ ਘਰ ਵਾਲੀ ਨੂੰ ਰੱਖਿਆ। Let's look at Genesis chapter 3 verse 17. ਤੇ ਆਓ ਅਸੀਂ ਉਤਪਤੀ ਦੀ ਕਿਤਾਬ ਹੈ ਜਿਹੜੀ ਉਹਦਾ 13ਵਾਂ ਚੈਪਟਰ ਤੇ ਤੀਸਰਾ ਚੈਪਟਰ ਤੇ ਉਹਦੀ 17ਵੀਂ ਆਇਤ ਦੇ ਵਿੱਚ ਦੇਖਾਂਗੇ, 3rd verse 17, right brother? Yeah, chapter 3 verse 17. Yeah. So shall I read in Punjabi? Yes, you can read it. Yeah, ਮੈਂ ਪੰਜਾਬੀ ਦੇ ਵਿੱਚ ਪੜਾਂਗਾ, ਜੋ ਉਹਦੇ ਵਿੱਚ ਲਿਖਿਆ 3 ਦੀ 17 ਦੇ ਵਿੱਚ, ਉਤਪਤ 3 ਦੀ 17।
ਫਿਰ ਉਸਨੇ ਆਦਮੀ ਨੂੰ ਆਖਿਆ ਕਿ ਇਸ ਲਈ ਕਿ ਤੂੰ ਆਪਣੀ ਤੀਵੀਂ ਦੀ ਗੱਲ ਸੁਣੀ ਅਤੇ ਉਸ ਬਿਰਛ ਤੋਂ ਖਾਧਾ ਜਿਸ ਦੇ ਵਿਖੇ ਮੈਂ ਤੈਨੂੰ ਹੁਕਮ ਦਿੱਤਾ ਸੀ ਕਿ ਉਸ ਤੋਂ ਨਾ ਖਾਈ, ਸੋ ਜ਼ਮੀਨ ਤੇਰੇ ਕਾਰਨ ਸ਼ਰਾਪਤ ਹੋਈ। ਤੂੰ ਆਪਣੇ ਜੀਵਨ ਦੇ ਸਾਰੇ ਦਿਨ ਉਸ ਤੋਂ ਦੁੱਖ ਨਾਲ ਖਾਵੇਂਗਾ। ਆਮੇਨ। Amen. Our topic today is what? Who are you pleasing, God or men? ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਵੀ ਕੀ ਹੈ, ਅੱਜ ਦਾ ਪ੍ਰਚਾਰ ਵੀ ਕੀ ਹੈ ਕਿ ਤੁਸੀਂ ਕਿਸ ਨੂੰ ਮਹਿਮਾ ਦੇ ਰਹੇ ਹੋ, ਲੋਕਾਂ ਨੂੰ ਜਾਂ ਪਰਮੇਸ਼ਰ ਨੂੰ। So let's look what God said to Adam. ਤੇ ਦੇਖੋ ਇੱਥੇ ਕਿ ਆਦਮ ਨੇ ਪਰਮੇਸ਼ਰ ਨੇ ਆਦਮ ਨੂੰ ਕੀ ਕਿਹਾ ਸੀਗਾ। He said, because you listened to your wife and ate from the tree about which I commanded you not to eat। eat. ਤੇ ਫਿਰ ਪਰਮੇਸ਼ਰ ਨੇ ਕੀ ਆ ਆਦਮ ਦੇ ਕੋਲੇ ਜਾ ਕੇ ਕਿਹਾ ਕਿ ਤੂੰ ਉਹ ਆਪਣੀ ਤੀਵੀਂ ਨੂੰ ਸੁਣਿਆ ਜੋ ਤੈਨੂੰ ਮੈਂ ਕਿਹਾ ਸੀ ਤੂੰ ਨਹੀਂ ਖਾਣਾ, ਤੂੰ ਉਹਦੇ ਕਹੇ ਤੇ ਕੀ ਆ ਖਾਦਾ। Yeah. So then God said, cursed is the ground and all the things he said, God said to him. ਤੇ ਫਿਰ ਕੀ ਹੈ ਪਰਮੇਸ਼ਰ ਨੇ ਉਹਨੂੰ ਕਿਹਾ, ਕਹਿੰਦਾ ਤੇਰੇ ਕਾਰਨ ਸਾਰੀ ਜਿਹੜੀ ਜ਼ਮੀਨ ਹੈ ਉਹ ਕੀ ਹੈ ਸ਼ਰਾਪਤ ਹੋਈ ਹੈ। Yeah. So then verse 22, what did God 23, what did God do? ਤੇ ਫਿਰ 23 ਆਇਤ ਦੇ ਵਿੱਚ ਪਰਮੇਸ਼ਰ ਨੇ ਕੀ ਕੀਤਾ ਉਹਨਾਂ ਦੇ ਨਾਲ। Read 23. 23 ਆਇਤ ਦੇ ਵਿੱਚ ਉਸੇ ਚੈਪਟਰ ਦੀ 23 ਆਇਤ ਦੇ ਵਿੱਚ ਲਿਖਿਆ, ਸੋ ਯਹੋਵਾ ਪਰਮੇਸ਼ਰ ਨੇ ਉਹਨੂੰ ਅਦਨ ਦੇ ਬਾਗ ਕੱਢ ਦਿੱਤਾ ਤਾਂ ਜੋ ਉਹ ਉਸ ਜ਼ਮੀਨ ਨੂੰ ਵਾਹੇ ਜਿਸ ਤੋਂ ਉਹ ਕੱਢਿਆ ਗਿਆ ਸੀਗਾ। ਹਾਲੇਲੂਇਆ। And 24. 24 as well. Yeah. ਤੇ ਉਹਦੇ ਵਿੱਚ 24 ਚ ਲਿਖਿਆ, ਸੋ ਉਸ ਨੇ ਆਦਮੀ ਨੂੰ ਕੱਢ ਦਿੱਤਾ ਅਤੇ ਉਸਨੇ ਅਦਨ ਦੇ ਬਾਗ ਦੇ ਚੜ੍ਹਦੇ ਪਾਸੇ ਦੂਤਾਂ ਨੂੰ ਅਤੇ ਚਾਰੇ ਪਾਸੇ ਘੁੰਮਣ ਵਾਲੇ ਖੰਡ ਦੀ ਲਸ਼ਕ ਨੂੰ ਰੱਖਿਆ ਤਾਂ ਜੋ ਉਹ ਜੀਵਨ ਦੇ ਬਿਰਛ ਤੇ ਰਾਹ ਦੀ ਰਾਖੀ ਕਰਨ। ਆਮੇਨ। So when very simple story, Adam was trying to please his wife. ਛੋਟੀ ਜੀ ਸਿੰਪਲ ਜੀ ਸੰਧਾਰਨੇ ਜੀ ਕਹਾਣੀ ਕਿ ਆਦਮ ਸੀ ਜਿਹੜਾ ਆਪਣੀ ਘਰ ਵਾਲੀ ਨੂੰ ਮਹਿਮਾ ਦੇਣੀ ਚਾਹ ਰਿਹਾ ਸੀਗਾ, But he disobeyed God. ਤੇ ਉਹਨੇ ਕੀ ਅਣਆਗਿਆਕਾਰੀ ਕੀਤੀ ਜੋ ਪਰਮੇਸ਼ਰ ਨੇ ਉਹਨੂੰ ਕਹੀ ਸੀਗੀ। It is good to listen to your wife, ਇਹ ਚੰਗੀ ਗੱਲ ਹੈ ਕਿ ਆਪਣੀ ਘਰ ਵਾਲੀ ਨੂੰ ਸੁਣੋ, but it's important to obey God first. God is ਪਰ first, then your ਪਰ wife. ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਸਭ ਤੋਂ ਜ਼ਿਆਦਾ ਜਿਹੜਾ ਜਾਗਰੂਕ ਹੈ ਆਗਿਆਕਾਰ ਬਣੋ ਕਿਹਦੇ, ਪਰਮੇਸ਼ਰ ਦੇ ਪ੍ਰਤੀ ਪਹਿਲੇ ਨੰਬਰ। Now God could have said to him, okay, I'll give you one more chance. No, but God said no. Once you do not obey me, out you go. ਤੇ ਪਰਮੇਸ਼ਰ ਨੇ ਉੱਥੇ ਉਹਨੂੰ ਇਹ ਨਹੀਂ ਕਿਹਾ ਹੈਗਾ ਕਿ ਤੈਨੂੰ ਮੈਂ ਇੱਕ ਮੌਕਾ ਹੋਰ ਦਿੰਨਾ, ਨਹੀਂ, ਬਲਕਿ ਉਹਨੇ ਕਿਹਾ ਤੂੰ ਇਸ ਚੀਜ਼ ਨੂੰ ਕੀਤਾ ਤੇ ਮੈਂ ਤੈਨੂੰ ਇੱਥੋਂ ਬਾਹਰ ਕੱਢਦਾ ਇਸੇ ਸਮੇਂ। So you see, by just listening to his wife and disobeying God, God threw him out of the garden. ਤੁਸੀਂ ਦੇਖੋ ਕਿ ਉਹਨੇ ਸਿਰਫ ਇੱਕ ਅਣਆਗਿਆਕਾਰੀ ਕੀਤੀ ਪਰਮੇਸ਼ਰ ਦੇ ਅੱਗੇ ਕਿ ਉਹਨੇ ਆਪਣੀ ਘਰ ਵਾਲੀ ਨੂੰ ਸੁਣਿਆ ਤੇ ਇਸ ਗਲਤੀ ਦੇ ਕਰਕੇ ਉਹਨੂੰ ਕੀ ਹੈ ਉਸ ਆਦਮ ਦੇ ਬਾਗ ਦੇ ਵਿੱਚੋਂ ਕੀ ਹੈ ਬਾਹਰ ਕੱਢ ਦਿੱਤਾ। So every man that is in ministry today, ਤੇ ਅੱਜ ਜਿੰਨੇ ਵੀ ਮੇਰੇ ਭੈਣ ਭਰਾ ਸੀ ਸੇਵਕਾਈ ਦੇ ਵਿੱਚ ਆ, correct your wife and say, do not interfere in the business of God. ਤੇ ਉਹਨਾਂ ਨੂੰ ਕੀ ਹੈ ਸਹੀ ਕਰੋ। ਅਗਰ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ ਤੁਹਾਡੀ ਘਰ ਵਾਲੀ ਮਿਨਿਸਟਰੀ ਦੇ ਸੇਵਕਾਈ ਦੇ ਵਿੱਚ, ਤੁਹਾਨੂੰ ਉੱਥੇ ਰੋਕੋ, ਉਹਨੂੰ ਸਹੀ ਕਰੋ ਉਸ ਜਗ੍ਹਾ ਤੋਂ ਕਿ ਇਹ ਤੇਰਾ ਕੰਮ ਨਹੀਂ ਹੈ। Because if you listen to your wife and disobey God, ਅਗਰ ਤੁਸੀਂ ਆਪਣੀ ਘਰ ਵਾਲੀ ਨੂੰ ਸੁਣੋਗੇ ਤੇ ਪਰਮੇਸ਼ਰ ਦੀ ਅਣਆਗਿਆਕਾਰੀ ਕਰੋਗੇ, God will remove you from the garden and throw you out. ਤੇ ਫਿਰ ਪਰਮੇਸ਼ਰ ਵੀ ਕੀ ਹੈ ਤੁਹਾਨੂੰ ਉਸ ਜਗ੍ਹਾ ਤੋਂ ਹਟਾ ਦੇਵੇਗਾ, ਉਸ ਅਦਨ ਦੇ ਬਾਗ ਚੋਂ ਕੀ ਆ ਬਾਹਰ ਕੱਢ ਦੇਵੇਗਾ। If you are in ministry, God will remove you from ministry. ਤੇ ਅਗਰ ਤੁਸੀਂ ਉਸ ਸੇਵਕਾਈ ਦੇ ਵਿੱਚੋਂ ਤੇ ਆਪਣੀ ਘਰ ਵਾਲੀ ਦੀ ਆਵਾਜ਼ ਨੂੰ ਪਹਿਲਾਂ ਸੁਣਦੇ ਹੋ ਤਾਂ ਪਰਮੇਸ਼ਰ ਕੇ ਤੁਹਾਨੂੰ ਉਸ ਜਗ੍ਹਾ ਤੋਂ ਹਟਾ ਦੇਗਾ। This is not my words. This is the words what God is talking in the Bible. ਇਹ ਪਾਸਟਰ ਡਿਆਗੋ ਕਹਿ ਰਹੇ ਨੇ ਕਿ ਮੇਰੇ ਸ਼ਬਦ ਨਹੀਂ ਆ ਬਲਕਿ ਇਹ ਸ਼ਬਦ ਪਰਮੇਸ਼ਰ ਦੇ ਕਲਾਮ ਦੇ ਵਚਨ ਦੇ ਹੈ। I wanted to show you how obedience to God is very important. ਤੇ ਮੈਂ ਸਿਰਫ ਤੁਹਾਨੂੰ ਅੱਜ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿੰਨਾ ਜ਼ਿਆਦਾ ਜ਼ਰੂਰੀ ਹੈ ਪਰਮੇਸ਼ਰ ਦੇ ਪ੍ਰਤੀ ਜਾਗਰੂਕ ਹੋਣਾ। Second one is Moses. ਤੇ ਦੂਸਰੀ ਚੀਜ਼ ਸੀ ਜਿਹੜੀ ਮੂਸਾ ਦੇ ਬਾਰੇ। God raised up Moses to deliver all the Israelites to take them out of Egypt. God gave him a big responsibility, a big position. ਤੇ ਮੂਸਾ ਨੂੰ ਕੀ ਹੈ ਇੱਕ ਵੱਡੀ ਸਾਰੀ ਜ਼ਿੰਮੇਵਾਰੀ ਸੀ ਜਿਹੜੀ ਉਹ ਦਿੱਤੀ ਗਈ। ਉਹ ਜ਼ਿੰਮੇਵਾਰੀ ਕੀ ਸੀ ਕਿ ਉਹ ਇਜ਼ਰਾਈਲੀ ਕੌਮ ਨੂੰ ਮਿਸਰ ਦੇ ਵਿੱਚੋਂ ਕੱਢ ਕੇ ਲੈ ਕੇ ਆ ਸਕੇ, ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ। Moses saw a lot of miracles. He saw God working miracles. He saw so many things. He went on the mountain. He got the 10 commandments. Everything he saw with his own eyes.
ਕਿਉਂਕਿ ਮੂਸਾ ਨੇ ਬਹੁਤ ਸਾਰੇ ਚਮਤਕਾਰ ਸੀ ਜਿਹੜੇ ਆਪਣੀਆਂ ਅੱਖਾਂ ਦੇ ਨਾਲ ਦੇਖੇ, ਆਪਣੀਆਂ ਅੱਖਾਂ ਦੇ ਨਾਲ ਕੀਤੇ, ਸਭ ਕੁਝ ਦੇਖਿਆ ਉਹਨੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਲੈ ਕੇ, ਮੂਸਾ ਦੀ ਆਪਾਂ ਨੂੰ ਕਹਾਣੀ ਦਾ ਪਤਾ ਹੈ, ਠੀਕ ਹੈ, ਕਿਸ ਤਰ੍ਹਾਂ ਉਹ ਪਹਾੜੀ ਦੇ ਉੱਤੇ ਗਿਆ ਜਿੱਥੇ ਉਹਨੂੰ 10 ਹੁਕਮ ਵੀ ਦਿੱਤੇ ਗਏ ਪਰਮੇਸ਼ਰ ਦੀ ਤਰਫ ਤੋਂ। He became so confident in himself that he was not paying attention to God now. ਤੇ ਉਹ ਕੀ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਕਹਿ ਲਓ ਵੀ ਆਤਮ ਵਿਸ਼ਵਾਸੀ ਜਿਵੇਂ ਹੋ ਗਿਆ, ਆਤਮ ਵਿਸ਼ਵਾਸ ਜਿਵੇਂ ਉਹਦੇ ਵਿੱਚ ਆ ਗਿਆ, ਤੇ ਉਹ ਕੀ ਆ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨੋਂ ਹਟ ਗਿਆ। When we become too comfortable, we think, God, okay, yeah, God, now you're talking. Yes, I'm listening. I'm not listening. We become too confident in ourselves. ਜਦੋਂ ਅਸੀਂ ਜ਼ਿਆਦਾ ਹੀ ਵਿਸ਼ਵਾਸ ਨਹੀਂ, ਜਦੋਂ ਅਸੀਂ ਜ਼ਿਆਦਾ ਆਤਮ ਵਿਸ਼ਵਾਸੀ ਹੋ ਜਾਂਦੇ ਆ, ਠੀਕ ਹੈ, ਤੇ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਕਹਿੰਦੇ ਹਾਂ ਹਾਂ ਮੈਂ ਸੁਣ ਰਿਹਾ ਤੇ ਨਹੀਂ ਸੁਣ ਪਾ ਰਹੇ ਹੁੰਦੇ ਸੀ ਉਸ ਸਮੇਂ। We cannot take God very lightly. We have to take his word very serious. ਤੇ ਅਸੀਂ ਉਸ ਸਮੇਂ ਤੇ ਉਹਦੇ ਸ਼ਬਦਾਂ ਨੂੰ ਵੀ ਕੀ ਹੈ ਜ਼ਿਆਦਾ ਕੀ ਹੈ ਅਹਿਮੀਅਤ ਨਹੀਂ ਦਿੰਦੇ, ਪਰ ਸਾਨੂੰ ਉਸ ਅਹਿਮੀਅਤ ਨੂੰ ਦੇਣ ਦੀ ਜ਼ਰੂਰਤ ਹੈ ਜੋ ਪਰਮੇਸ਼ਰ ਦੇ ਸ਼ਬਦ ਹੁੰਦੇ। Let's look at the book of Numbers, chapter 20. ਤੇ ਆਓ ਅਸੀਂ ਗਿਣਤੀ ਦੀ ਕਿਤਾਬ ਨੰਬਰਸ 1, Numbers 20. ਗਿਣਤੀ ਦੀ ਕਿਤਾਬ ਉਹਦੀ 20ਵਾਂ ਚੈਪਟਰ। Yeah. Yeah. God gave him a very simple instruction to Moses. 20 verse, brother. Yeah. Yeah. From Chapter 7 20. onwards. Sorry, 7. 20. 20. Okay. Verse 7. Okay. Yeah. ਗਿਣਤੀ ਦੀ ਕਿਤਾਬ Yeah. ਉਹਦਾ 20ਵਾਂ Go. ਚੈਪਟਰ ਦੀ 7 ਆਇਤ ਤੋਂ। Yeah. There was no water in the desert, and God gave a very simple instructions to Moses. He said, take your staff, you and your brother Aaron, gather the assembly together. He said, speak to the rock before their eyes, and it will pour out its water. You will bring water out of the rock for the community, so they and their livestock can drink. ਤੇ ਪਰਮੇਸ਼ਰ ਨੇ ਉਹਨਾਂ ਨੂੰ ਇੱਕ ਬੜੀ ਸਧਾਰਨ ਜੀ ਇੱਕ ਆਗਿਆ ਦਿੱਤੀ ਸੀ ਕਿ ਕਿਉਂਕਿ ਉਸ ਰੇਤ ਵਾਲੀ ਜਗ੍ਹਾ ਦੇ ਵਿੱਚ ਉਸ ਠੀਕ ਹੈ ਉੱਥੇ ਪਾਣੀ ਨਹੀਂ ਸੀਗਾ, ਤਾਂ ਪਾਣੀ ਦੇ ਲਈ ਪਰਮੇਸ਼ਰ ਨੇ ਇੱਕ ਛੋਟੀ ਜੀ ਇੱਕ ਆਗਿਆਕਾਰੀ ਦਿੱਤੀ, ਉਹਨਾਂ ਨੂੰ ਆਗਿਆ ਦਿੱਤੀ ਕਿ ਲਾਠੀ ਲੈ ਕੇ ਮੰਡਲੀ ਨੂੰ ਇਕੱਠਾ ਕਰ ਤੇ ਤੂੰ ਅਤੇ ਤੇਰਾ ਭਰਾ ਹਾਰੂਨ ਅਤੇ ਤੁਸੀਂ ਉਹਨਾਂ ਦੇ ਵੇਖਦਿਆਂ ਪਥਰੀਲੀ ਢਿੱਗ ਨੂੰ ਬੋਲੋ ਕਿ ਉਹ ਆਪਣਾ ਪਾਣੀ ਹੈ ਜਿਹੜਾ ਦੇਵੇ ਅਤੇ ਉਹਨਾਂ ਲਈ ਡਿੱਗ ਤੋਂ ਪਾਣੀ ਕੱਢੇਗਾ, ਇਉਂ ਤੂੰ ਇਸ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੂੰ ਪਿਲਾਈ। ਸਿੰਪਲ ਆਗਿਆ ਸੀ ਜਿਹੜੀ ਪਰਮੇਸ਼ਰ ਨੇ ਉਹਨੂੰ ਦਿੱਤੀ। What did God say to him? God said to him to speak to the rock. ਸਿੰਪਲ ਜੀ ਗੱਲ ਸੀ ਜਿਹੜੀ ਪਰਮੇਸ਼ਰ ਨੇ ਮੂਸਾ ਨੂੰ ਕਹੀ ਕਿ ਜਾ ਕੇ ਤੂੰ ਸਿਰਫ ਬੋਲੀ ਉਸ ਪਥਰੀਲੀ ਢਿੱਗ ਨੂੰ। What did Moses do? He said, yeah, okay, God, yeah, I'm listening to you, but I'll do my own thing. ਤੇ ਪਰ ਮੂਸਾ ਨੇ ਉੱਥੇ ਕੀ ਕੀਤਾ? ਉਹਨੇ ਕਿਹਾ ਕਿ ਹਾਂ ਹਾਂ ਮੈਂ ਤੇਰੀ ਆਵਾਜ਼ ਨੂੰ ਸੁਣਿਆ ਪਰ ਕਰੂੰਗਾ ਮੈਂ ਜਾ ਕੇ ਆਪਣੇ ਹੀ। Yeah. So what did he do? Instead, let's look at verse 10. He and Aaron gathered the assembly together in front of the rock, and Moses said to them, listen, you rebels, must we bring you water out of the rock? Then, verse 11, then Moses raised his arm and he struck the rock twice with his staff. Water gushed out, and the community and their livestock drank the water. ਤਾਂ ਫਿਰ ਜੋ ਉਹਨੂੰ ਕਿਹਾ ਗਿਆ ਸੀ ਉਹਨੇ ਕੀ ਕਿਹਾ ਸੀਗਾ ਕਿ ਸਿਰਫ ਤੂੰ ਬੋਲੀ ਜਾ ਕੇ, ਪਰ ਮੂਸਾ ਨੇ ਕੀ ਕੀਤਾ? ਮੂਸਾ ਤੇ ਹਾਰੂਨ ਨੇ ਸਭਾ ਨੂੰ ਉਸ ਢਿੱਗ ਦੇ ਅੱਗੇ ਇਕੱਠਾ ਕੀਤਾ ਅਤੇ ਉਸਨੇ ਉਹਨਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾਲੂਓ, ਕੀ ਅਸੀਂ ਤੁਹਾਡੇ ਲਈ ਇਸ ਢਿੱਗ ਤੋਂ ਪਾਣੀ ਕੱਢੀਏ? ਫਿਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਢਿੱਗ ਨੂੰ ਆਪਣੀ ਲਾਠੀ ਨਾਲ 2 ਵਾਰ ਮਾਰਿਆ ਤਾਂ ਬਹੁਤ ਪਾਣੀ ਨਿਕਲ ਆਇਆ। ਫਿਰ ਮੰਡਲੀ ਅਤੇ ਉਹਨਾਂ ਦੇ ਪਸ਼ੂਆਂ ਨੇ ਪੀਤਾ। 2 ਵਾਰ ਕੀਆ ਮਾਰਿਆ। The difference is God said speak, but what did Moses do? He struck the rock. ਫਰਕ ਕੀ ਸੀਗਾ? ਪਰਮੇਸ਼ਰ ਨੇ ਕੀ ਆਗਿਆ ਦਿੱਤੀ ਸੀ ਕਿ ਜਾ ਕੇ ਤੂੰ ਸਿਰਫ ਬੋਲੀ, ਪਰ ਉਹਨੇ ਕੀ ਕੀਤਾ? ਉਹਨੇ 2 ਵਾਰਾਂ ਕੇ ਲਾਠੀ ਨਾਲ ਉਹਨੂੰ ਮਾਰਿਆ। Let's look what God said to him now, verse 12. ਤੇ ਹੁਣ ਆਓ ਦੇਖੋ ਹੁਣ 12ਵੀਂ ਆਇਤ ਦੇ ਵਿੱਚ ਫਿਰ ਪਰਮੇਸ਼ਰ ਨੇ ਮੂਸਾ ਨੂੰ ਕੀ ਕਿਹਾ? But the Lord said to Moses and to Aaron, because you did not trust me enough to honor me as holy in the sight of the Israelites, you will not bring this community into the land I give them. ਦੇਖੋ ਫਿਰ ਕਿੱਡੀ ਵੱਡੀ ਗੱਲ ਮੂਸਾ ਨੂੰ ਪਰਮੇਸ਼ਰ ਨੇ ਕਹੀ। ਉਪਰੰਤ ਯਹੋਵਾ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਸ ਲਈ ਕਿ ਤੁਸੀਂ ਮੇਰੀ ਪ੍ਰਤੀਤ ਨਾ ਕੀਤੀ ਕਿ ਇਜ਼ਰਾਈਲ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ, ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਨਹੀਂ ਲੈ ਕੇ ਜਾਓਗੇ।
one simple wrong misbehavior of his. ਸਿਰਫ ਇੱਕ ਛੋਟੀ ਜੀ ਗਲਤੀ ਸੀ ਜਿਹੜੀ ਉਹਨਾਂ ਨੇ ਕੀਤੀ ਕਿ ਉਹਨਾਂ ਨੇ He ਪਰਮੇਸ਼ਰ did, ਦੀ ਆਵਾਜ਼ ਨੂੰ ਨਹੀਂ he ਸੁਣਿਆ। did, he did so much for God. God gave him to do so much. He did everything, but one disobedience. ਮੂਸਾ ਨੂੰ ਬਹੁਤ ਕੁਝ ਸੀਗਾ ਜਿਹੜਾ ਪਰਮੇਸ਼ਰ ਨੇ ਦਿੱਤਾ ਸੀਗਾ ਕਰਨ ਦੇ ਲਈ, ਤੇ ਮੂਸਾ ਨੇ ਉਸ ਹਰ ਇੱਕ ਚੀਜ਼ ਨੂੰ, ਉਹ ਜਾਣਾ ਮਿਸਰ ਦੇ ਵਿੱਚੋਂ ਸਭ ਨੂੰ ਕਰਨਾ, ਸਭ ਕੁਝ ਕੀਤਾ, ਪਰ ਸਿਰਫ ਇੱਕ ਛੋਟੀ ਜੀ ਗਲਤੀ ਕੀਤੀ ਜਿਹੜੀ ਉਹਨੇ ਇਹ ਕੀਤੀ ਹੈ। Okay, let's look at the end story for Deuteronomy chapter 32, verse ਆਓ 50. ਆਓ ਬਵਿਸਤਾ ਸਾਰ 32 ਵਰਸ ਬ੍ਰਦਰ, Verse 50. 32 ਦੀ 15 ਆਇਤ ਦੇ ਵਿੱਚ ਦੇਖਾਂਗੇ। ਬਵਿਸਤਾ ਸਾਰ 32 ਦੀ 15 ਆਇਤ ਦੇ ਵਿੱਚ ਦੇਖਦੇ ਹਾਂ ਕੀ ਲਿਖਿਆ। God had taken Moses up on the mountain and he said, "This is where you will die." ਡਿਟਰਮਨੀ 32 Verse 50. verse 50, okay. Okay, yes. Yeah, read in Punjabi. ਓਕੇ, ਮੈਂ ਪੰਜਾਬੀ ਦੇ ਵਿੱਚ ਪੜਾਂਗਾ। ਦੇਖੋ ਕੀ ਹੋਇਆ, ਇਸ ਕਹਾਣੀ ਦਾ ਅੰਤ ਕੀ ਸੀਗਾ। ਅਤੇ ਉਸ ਪਹਾੜ ਵਿੱਚ ਜਿੱਥੇ ਤੂੰ ਚੜ ਰਿਹਾ ਹੈ ਮਰ ਜਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲ, ਜਿਵੇਂ ਤੇਰਾ ਭਰਾ ਹਰੂਨ ਹੋਰ ਦੇ ਪਹਾੜ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ। ਹਾਲੇਲੂਇਆ। Then verse 51. 51ਵੀਂ ਆਇਤ ਦੇ ਵਿੱਚ ਲਿਖਿਆ ਕਿ ਇਸ ਕਾਰਨ ਕਿ ਤੁਸਾਂ ਸੀਨ ਦੀ ਉਜਾੜ ਵਿੱਚ ਕਦੇਸ਼ ਕੋਲ ਮਰੀਬਾਹ ਦੇ ਪਾਣੀਆਂ ਉੱਤੇ ਮੇਰੀ ਉਲੰਘਣਾ ਕੀਤੀ ਸੀ, ਅਰਥਾਤ ਤੁਸਾਂ ਇਜ਼ਰਾਈਲ ਦੇ ਵਿੱਚ ਮੈਨੂੰ ਪਵਿੱਤਰ ਨਹੀਂ ਸੀ ਠਹਿਰਾਇਆ। ਉਹ ਗਲਤੀ ਜਿਹੜੀ ਉਹਨਾਂ ਨੇ ਕੀਤੀ ਸੀ ਉਹ ਯਾਦ ਕਰਾ ਰਿਹਾ ਪਰਮੇਸ਼ਰ ਉਹਨਾਂ ਨੂੰ। Amen. So you see how important it is how difficult when we don't listen to the word of God. ਦੇਖੋ ਕਿੰਨਾ ਔਖਾ ਹੁੰਦਾ ਹੈ ਕਿ ਜਦੋਂ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਦੇ ਜਾਂ ਜੋ ਸਾਨੂੰ ਬੋਲ ਰਿਹਾ ਸੀ ਉਹਨੂੰ ਨਹੀਂ ਸਮਝਦੇ। God said to him, "You can see the land, but you will not enter it. You will die on this mountain." ਪਰਮੇਸ਼ਰ ਨੇ ਉਹਨੂੰ ਸਾਫ਼-ਸਾਫ਼ ਦੱਸਿਆ, ਕਹਿੰਦਾ ਉਹ ਜਗ੍ਹਾ ਜਿਹੜੀ ਮੈਂ ਇਜ਼ਰਾਈਲੀਆਂ ਨੂੰ ਦਿੱਤੀ ਹੈ, ਵਾਅਦੇ ਦੀ ਧਰਤੀ, ਤੂੰ ਉਹਨੂੰ ਦੇਖ ਤਾਂ ਪਾਏਂਗਾ, ਪਰ ਤੂੰ ਕੀ ਹੈ ਉਹ ਕੋਲੇ ਉਹਦੇ ਵਿੱਚ ਨਹੀਂ ਜਾ ਪਾਏਂਗਾ, ਬਲਕਿ ਇਸ ਪਹਾੜੀ ਦੇ ਉੱਤੇ ਹੀ ਮਰ ਜਾਵੇਂਗਾ। Yeah, because he said, because you both broke faith with me in the presence. See, when you don't listen to God, what he wants you to do, God will not listen to you. ਕਿਉਂਕਿ ਪਰਮੇਸ਼ਰ ਨੇ ਕਿਹਾ, ਕਹਿੰਦਾ ਤੁਸੀਂ ਮੇਰਾ ਜਿਹੜਾ ਵਿਸ਼ਵਾਸ ਸੀਗਾ ਉਸ ਨੂੰ ਕੀ ਹੈ ਨਹੀਂ ਕੀਤਾ, ਬਲਕਿ ਇਜ਼ਰਾਈਲ ਦੇ ਸਾਹਮਣੇ ਜੋ ਮੈਨੂੰ ਪਵਿੱਤਰ ਠਹਿਰਾਉਣਾ ਸੀ ਉਹ ਨਹੀਂ ਕੀਤਾ, ਤੇ ਤੂੰ ਤੇ ਤੇਰੇ ਭਰਾ ਹਾਰੂਨ ਨੇ, ਦੋਨਾਂ ਨੇ। In this story, who did Moses listen to? ਤੇ ਹੁਣ ਇੱਥੇ ਅਸੀਂ ਕਹਾਣੀ ਦੇ ਵਿੱਚ ਦੇਖਦੇ ਹਾਂ ਕਿ ਮੂਸਾ ਨੇ ਕਿਸ ਨੂੰ ਸੁਣਿਆ। Who was he pleasing, God or man? ਉਹ ਕਿਹਨੂੰ ਮਹਿਮਾ ਦੇ ਰਿਹਾ ਸੀ ਇਸ ਕਹਾਣੀ ਦੇ ਵਿੱਚ? Himself. He was pleasing himself. He said, "This is what I will do. I know what I need to do." ਕਿਉਂਕਿ ਉਹਨੇ ਕੀ ਆਪਣੇ ਆਪ ਨੂੰ ਮਹਿਮਾ ਦੇਣੀ ਸ਼ੁਰੂ ਕਰ ਦਿੱਤੀ। ਉਹ ਕਹਿੰਦਾ ਮੈਂ ਕਰ ਸਕਦਾ, ਬਲਕਿ ਕਿਹਾ ਉਹਨੇ ਪਰਮੇਸ਼ਰ ਨੇ ਸੀ, ਉਹ ਕਹਿੰਦਾ ਮੈਂ ਇਹ ਕਰ ਸਕਦਾ। See the danger when you start to think you know it all, God is not happy with you. ਇਹ ਬਹੁਤ ਖਤਰੇ ਵਾਲੀ ਗੱਲ ਹੈ ਕਿ ਜਦੋਂ ਅਸੀਂ ਕਹਿੰਦੇ ਨੇ ਕਿ ਮੈਨੂੰ ਸਭ ਕੁਝ ਪਤਾ ਹੈ, ਇਹ ਬਹੁਤ ਖਤਰੇ ਵਾਲੀ ਗੱਲ ਹੈ ਸਾਡੇ ਲਈ। Yeah, that's why these two people, Adam, we looked at, now we looked at Moses. Leadership, they're big leaders. Yeah. ਅਬਰਾਹਮ ਨੂੰ Leadership is ਦੇਖਿਆ not ਸੀ, an easy thing. ਅਸੀਂ ਆਦਮ ਨੂੰ ਦੇਖਿਆ, ਤੇ ਫਿਰ ਅਸੀਂ ਮੂਸਾ ਨੂੰ ਦੇਖਿਆ। ਉਹ ਇੱਕ ਲੀਡਰ ਸੀਗੇ, ਬਹੁਤ ਵੱਡੇ ਲੀਡਰ ਸੀਗੇ, ਠੀਕ ਹੈ। ਉਹ ਸੇਵਕਾਈ ਦੇ ਵਿੱਚ ਸੀ, ਬਹੁਤ ਵੱਡੇ ਵੱਡੇ ਕੰਮ ਕਰ ਰਹੇ ਸੀਗੇ। ਦੇਖੋ ਉਹਨਾਂ ਨੇ ਕੀ ਕੀਤਾ ਸੀ। To be in leadership is a not easy thing. People think, yes, I want position, I want to do this, I want to do that. Please be very careful what you want to do. ਲੀਡਰ ਕਈ ਵਾਰ ਅਸੀਂ ਸਾਰੇ ਕਹਿ ਦਿੰਦੇ ਕਿ ਅਸੀਂ ਲੀਡਰ ਬਣਨਾ, ਜਾਂ ਸਾਨੂੰ ਆਹ ਅਹੁਦਾ ਮਿਲ ਜਾਵੇ, ਜਾਂ ਇਦੋਂ ਵੱਡਾ ਅਹੁਦਾ ਮਿਲ ਜਾਵੇ, ਜਾਂ ਇਦਾਂ ਦਾ ਮਿਲ ਜਾਵੇ, ਪਰ ਨਹੀਂ, ਥੋੜਾ ਜਿਹਾ ਸੁਚੇਤ ਰਹੋ ਲੀਡਰਸ਼ਿਪ ਦੇ ਵਿੱਚ ਕਿ ਅਸੀਂ ਕੀ ਕਰ ਰਹੇ ਹਾਂ। So you see what happened to Adam, we see what happened to Moses. ਹੁਣ ਅਸੀਂ ਦੇਖੋ ਕਿ ਆਦਮ ਦੇ ਨਾਲ ਕੀ ਹੋਇਆ ਤੇ ਮੂਸਾ ਦੇ ਨਾਲ ਕੀ ਹੋਇਆ। Now I'm going to show you the third story, which is a very interesting story. ਹੁਣ ਆਓ ਮੈਂ ਤੁਹਾਨੂੰ ਤੀਜੀ ਕਹਾਣੀ ਦੇ ਬਾਰੇ ਦੱਸਦਾ ਜੋ ਬਾਈਬਲ ਦੇ ਵਿੱਚ ਹੈ। It is from 1 Samuel chapter 1. ਉਹ ਕਹਾਣੀ ਹੈ 1 ਸੈਮੂਅਲ ਚੈਪਟਰ 1 ਦੇ ਵਿੱਚ, ਪਹਿਲੇ ਹੀ ਚੈਪਟਰ ਦੇ ਵਿੱਚ ਹੈ। Okay. Now in this story, there was a lady called Hannah. She had gone to the temple to pray because she did not have a child. ਤੇ ਇੱਥੇ ਇੱਕ ਕਹਾਣੀ ਹੈ ਜਿਹੜੀ ਹੰਨਾ ਦੇ ਬਾਰੇ ਹੈ, ਠੀਕ ਹੈ। ਅਸੀਂ ਉਹਦੇ ਕਹਾਣੀ ਦੇ ਬਾਰੇ ਦੇਖਦੇ ਹਾਂ ਕਿ ਉਹ ਔਰਤ ਸੀਗੀ ਜਿਹੜੀ ਮੰਦਿਰ ਦੇ ਵਿੱਚ ਜਾਂਦੀ ਸੀਗੀ, ਪਰਮੇਸ਼ਰ ਦੇ ਹਜ਼ੂਰ ਜਾਂਦੀ ਹੁੰਦੀ ਸੀਗੀ, ਕਿਉਂਕਿ ਉਹਦੇ ਕੋਈ ਔਲਾਦ ਨਹੀਂ ਸੀਗੀ।
Okay, I'm reading the story from chapter 1, verse 11 onwards. Okay, now Hannah, there was a priest. Now the main important person in this story is the priest Eli. ਇਹਦੇ ਵਿੱਚ ਜਿਹੜਾ ਖਾਸ ਇੱਕ ਜਿਹੜਾ ਕਰੈਕਟਰ ਆ ਉਹ ਇੱਕ ਹੀ ਹੈ, ਏਲੀ ਹੈ, ਜਿਹੜਾ ਉਸ ਜਗ੍ਹਾ ਦੇ ਉੱਤੇ ਕੀ ਹੈ ਇੱਕ ਜਾਜਕ ਸੀਗਾ ਜਿੱਥੇ ਉਹ ਜਾਂਦੀ ਹੁੰਦੀ ਸੀਗੀ ਹੰਨਾ, He was man in charge of the temple. Yeah. ਤੇ ਉਹਦੇ ਕੋਲੇ ਸਾਰਾ ਅਧਿਕਾਰ ਸੀਗਾ, ਜਿਹੜਾ ਏਲੀ ਸੀਗਾ ਉਹਦੇ ਕੋਲੇ ਸਾਰਾ ਅਧਿਕਾਰ ਸੀ ਉਸ ਸਮੇਂ ਜਿੱਥੇ ਉਹ ਜਾਂਦੀ ਹੁੰਦੀ ਸੀ। So when he saw this woman Hannah, she was praying. ਜਦੋਂ ਉਸਨੇ ਇਸ ਔਰਤ ਨੂੰ ਦੇਖਿਆ ਕਿ ਉਹ ਬਹੁਤ ਸਾਰੀ ਪ੍ਰਾਰਥਨਾ ਕਰ ਰਹੀ ਹੈ, It says here that this man Eli, he was sitting and he was watching her. ਕਿਉਂਕਿ ਉਹ ਜਿਹੜਾ ਏਲੀ ਜਾਜਕ ਸੀ ਉਸ ਸਮੇਂ ਉੱਥੇ ਬੈਠਾ ਸੀਗਾ, ਉਹਨੂੰ ਦੇਖ ਰਿਹਾ ਸੀਗਾ ਕਿ ਉਹ ਕੀ ਕਰ ਰਹੀ ਹੈ। This priest Eli did not know what Hannah was going through, what was her situation, what was her problem. He did not know anything about her. ਪਰ ਜਿਹੜਾ ਏਲੀ ਜਿਹੜਾ ਜਾਜਕ ਸੀਗਾ ਉਹਨੂੰ ਹੰਨਾ ਦੇ ਹਾਲਾਤ ਦੇ ਬਾਰੇ ਕੁਝ ਨਹੀਂ ਸੀ ਪਤਾ ਕਿ ਉਹ ਕਿਸ ਹਾਲਾਤ ਦੇ ਵਿੱਚੋਂ ਦੀ ਜਾ ਰਹੀ ਹੈ ਜਾਂ ਉਹਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਜਾਂ ਕੀ ਉਹਦੇ ਜਿਹੜੇ ਹਾਲਾਤ ਬਣੇ ਹੋਏ ਨੇ, ਉਹਨੂੰ ਇਦਾਂ ਦਾ ਕੁਝ ਵੀ ਨਹੀਂ ਸੀ ਪਤਾ। But interesting thing is what judgment he passed over this woman. ਪਰ ਇੱਕ ਖਾਸ ਗੱਲ ਸੀ ਜਿਹੜੀ ਚੀਜ਼ ਲੈ ਕੇ ਉਹ ਉਸ ਔਰਤ ਦੇ ਕੋਲੇ ਗਿਆ। Verse 14, it says, and said to her, how long will you keep on getting drunk? Get rid of your wine. ਤੇ ਉਹਨੇ ਕਿਹਾ 14ਵੀਂ ਆਇਤ ਦੇ ਵਿੱਚ ਏਲੀ ਨੇ ਉਹਨੂੰ ਜਾ ਕੇ ਕਿਹਾ ਉਸ ਔਰਤ ਨੂੰ, ਕਹਿੰਦਾ ਕਿੰਨਾ ਚਿਰ ਤੂੰ ਅਮਲ ਵਿੱਚ ਰਹੇਂਗੀ, ਤੂੰ ਆਪਣੀ ਖੁਮਾਰੀ ਨੂੰ ਛੱਡ। ਉਹਨੂੰ ਲੱਗਿਆ ਕਿ ਇਹਨੇ ਕੀ ਹੈ ਡਰੰਕ ਕੀਤੀ ਹੋਈ ਹੈ। Yeah. So the priest did not know what she is going through. He ਪਰ thought ਜਿਹੜਾ she's drunk. ਕਿਉਂਕਿ ਉਹ ਜਾਜਕ ਸੀ ਉਹਨੂੰ ਨਹੀਂ ਸੀ ਪਤਾ ਕਿ ਉਹ ਕਿਸ ਹਾਲਾਤ ਦੇ ਵਿੱਚੋਂ ਨਹੀਂ ਲੰਘ ਰਹੀ ਹੈ, ਕਿ ਉਹ ਕਿਸ ਚੀਜ਼ ਲਈ ਪ੍ਰਾਰਥਨਾ ਦੇ ਵਿੱਚ ਹੈ, ਬਲਕਿ ਉਹਨੇ ਕੀ ਕੀਤਾ, ਉਹਨੂੰ ਲੱਗਿਆ ਕਿ ਇਹਨੇ ਕੀ ਹੈ ਡਰਿੰਕ ਕੀਤੀ ਹੋਈ ਹੈ ਤੇ ਕੁਝ ਇਦਾਂ ਦਾ ਖਾਦਾ ਪੀਤਾ ਜਿਹਦੇ ਕਰਕੇ ਇਹ ਇਸ ਤਰ੍ਹਾਂ ਕਰ ਰਹੀ ਹੈ। Now this woman Hannah, she could have got very upset, very annoyed. She could have run out of the temple and not come back to the temple again. ਤੇ ਉਹ say it again brother. She could have got very upset. She could have left the temple, gone and not come back again. ਤੇ ਉਹ ਇੰਨੀ ਕੁ ਮੰਨ ਕੇ ਚਲੋ ਪਰੇਸ਼ਾਨ ਹੋਈ ਇਸ ਗੱਲ ਨੂੰ ਸੁਣ ਕੇ, ਠੀਕ ਹੈ, ਤੇ ਉਹ ਕਿ ਉੱਥੋਂ ਉੱਠੀ ਤੇ ਚਲੀ ਗਈ ਤੇ ਉਹ ਫਿਰ ਵਾਪਸ ਮੰਦਿਰ ਚ ਨਹੀਂ ਗਈ। But she was a strong woman. ਪਰ ਉਹਨੇ ਇਸ ਤਰ੍ਹਾਂ ਨਹੀਂ ਕੀਤਾ, ਉਹ ਕਿਉਂਕਿ ਬੜੀ ਮਜ਼ਬੂਤ ਦਿਲ ਵਾਲੀ ਔਰਤ ਸੀਗੀ। She stood up strong. She arise and shine, as we spoke about. Arise and shine. She stood up for herself. ਤੇ ਉਹਨੇ ਕੀ ਆਪਣੇ ਆਪ ਨੂੰ ਖੜਾ ਕੀਤਾ, ਜਿਵੇਂ ਅਸੀਂ ਐਨਵਰਸਰੀ ਦੇ ਟਾਈਮ ਤੇ ਇੱਕ ਟੌਪਿਕ ਕੀਤਾ ਸੀਗਾ, ਪਾਸਟਰ ਨੇ ਪ੍ਰਚਾਰ ਕੀਤਾ ਸੀ, ਉੱਠੋ ਅਤੇ ਚਮਕੋ। ਉਹੀ ਕੰਮ ਹੰਨਾ ਨੇ ਕੀਤਾ ਉਸ ਸਮੇਂ ਦੇ। She said, you do not know my problem. I am praying for a son. I am deeply troubled. I am praying to God for this situation in my life. ਤੇ ਉਹਨੇ ਫਿਰ ਖੜੀ ਹੋ ਕੇ ਉਸ ਜਾਜਕ ਨੂੰ ਕਿਹਾ, ਕਹਿੰਦੀ ਮੈਂ ਬੜੀ ਹੀ ਡੰਗਿਆਈ ਦੇ ਵਿੱਚ ਸੀ, ਜਿਹੜੀ ਪ੍ਰਾਰਥਨਾ ਕਰ ਰਹੀ ਸੀ ਪਰਮੇਸ਼ਰ ਦੇ ਅੱਗੇ ਕਿ ਮੈਂ ਬੜੇ ਹੀ ਮਾੜੇ ਹਾਲਾਤਾਂ ਦੇ ਵਿੱਚੋਂ ਦੀ ਲੰਘ ਰਹੀ ਹਾਂ, ਤੇ ਉਹ ਪ੍ਰਾਰਥਨਾ ਨੂੰ ਮੈਂ ਪਰਮੇਸ਼ਰ ਦੇ ਅੱਗੇ ਕਰ ਰਹੀ ਹਾਂ। Verse 16, she says, do not take your servant for a wicked woman. I have been praying here out of my great anguish and grief. ਤੇ ਉਹਨੇ ਕੀ ਕਿਹਾ, ਕਹਿੰਦਾ ਤੂੰ ਆਪਣੀ ਟੈਲਨ ਨੂੰ ਸ਼ੈਤਾਨ ਦੀ ਧੀ ਨਾ ਜਾਣ, ਮੈਂ ਤਾਂ ਆਪਣੇ ਚਿੰਤਾ ਤੇ ਦੁੱਖਾਂ ਦੇ ਢੇਰ ਹੋਣ ਕਰਕੇ ਹੁਣ ਤੇਰੇ ਤੋੜੀ ਬੋਲਦੀ ਰਹੀ ਹਾਂ, ਕਿ ਵੀ ਆਪਣੀ ਜਿਹੜੀ ਮੈਂ ਕੁਝ ਕਰਨ ਆਈ ਹਾਂ ਮੈਨੂੰ ਗਲਤ ਨਾ ਸਮਝ। Then what happened? Now this priest Eli, he began to listen to her. ਤੇ ਫਿਰ ਕੀ ਉਹ ਜਿਹੜਾ ਏਲੀ ਜਾਜਕ ਸੀ ਉਸ ਸਮੇਂ, ਉਹ ਕੀ ਹੈ ਖੜਾ ਹੋਇਆ ਤੇ ਉਹਨੂੰ ਸੁਣਨ ਲੱਗਿਆ ਕਿ ਕੀ ਬੋਲ ਰਹੀ ਹੈ। Before he did not listen to her, he passed judgment on her. ਕਿਉਂਕਿ ਉਸ ਤੋਂ ਪਹਿਲਾਂ ਕੀ ਆ, ਉਹਨੇ ਸਿਰਫ ਆਪਣਾ ਨਿਆਂ ਸੀ ਜਿਹੜਾ ਨਿਆਂ ਉਹਦੇ ਉੱਤੇ ਰੱਖ ਦਿੱਤਾ ਕਿ ਇਹਨੇ ਪੀਤਾ ਹੋਇਆ ਕੁਛ, ਠੀਕ ਹੈ, ਜਿਹਦੇ ਕਰਕੇ ਇਸ ਤਰ੍ਹਾਂ ਬੋਲ ਰਹੀ ਹੈ। ਪਰ ਜਦੋਂ ਹੰਨਾ ਨੇ ਸਾਰਾ ਕੁਝ ਦੱਸਿਆ, ਉਹਨੇ ਬੋਲਣਾ ਸ਼ੁਰੂ ਕੀਤਾ, ਤਾਂ ਫਿਰ ਜਿਹੜਾ ਜਾਜਕ ਸੀਗਾ ਏਲੀ, ਉਹਨੇ ਵੀ ਉਹਨੂੰ ਸੁਣਨਾ ਸ਼ੁਰੂ ਕੀਤਾ। A very important thing is we need to know what people are going through before we start talking about them. ਤੇ ਸਾਨੂੰ ਵੀ ਇਸ ਚੀਜ਼ ਦਾ ਬੜਾ ਪਤਾ ਹੋਣਾ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਕਿਸੇ ਬਜਾਏ ਕਿਸੇ ਦੇ ਬੋਲਣ ਦੇ, ਕਿਸੇ ਦੇ ਬਾਰੇ ਬੋਲਣ ਦੇ, ਸਾਨੂੰ ਪਹਿਲਾਂ ਪਤਾ ਹੋਣਾ ਜ਼ਰੂਰੀ ਹੈ ਕਿ ਉਹ ਇਨਸਾਨ ਕਿਸ ਹਾਲਾਤ ਦੇ ਵਿੱਚੋਂ ਦੀ ਜਾ ਰਿਹਾ ਜਾਂ ਗੁਜ਼ਰ ਰਿਹਾ। Amen. So now what did Eli say to her? He said, go in peace and may the Lord of Israel grant you what you have asked of him. ਤੇ ਫਿਰ ਉਸ ਏਲੀ ਯਾਜਕ ਨੇ ਉਸ ਹੰਨਾ ਨੂੰ, ਉਸ ਔਰਤ ਨੂੰ ਕੀ ਆਖਿਆ ਕਿ ਸੁੱਖ ਸ਼ਾਂਤ ਨਾਲ ਇੱਥੋਂ ਜਾ, ਇਜ਼ਰਾਈਲ ਦਾ ਪਰਮੇਸ਼ਰ ਤੇਰੀ ਜੋ ਵੀ ਤੂੰ ਮੰਗਿਆ ਤੋਂ ਉਸ ਅਰਜ਼ੋਈ ਨੂੰ ਪੂਰੀ ਕਰੇ। Hannah went away and she gave birth to a son called Samuel. ਤੇ ਫਿਰ ਕੀ ਹੈ, ਹੰਨਾ ਸੀ ਜਿਹੜੀ ਉਹ ਗਈ
ਤੇ ਉਹਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਹਦਾ ਨਾਮ ਨੇ ਸੈਮੂਅਲ ਰੱਖਿਆ। One important thing I learned in my life early is never to make judgment, always to find out what is going on with another person before I even give my statements to or what I say to them. ਤੇ ਮੈਂ ਇੱਕ ਗੱਲ ਜਿਹੜੀ ਆਪਣੀ ਜ਼ਿੰਦਗੀ ਦੇ ਵਿੱਚੋਂ ਸਿੱਖੀ ਹੈ ਕਿ ਬਜਾਏ ਅਸੀਂ ਕਿਸੇ ਦਾ ਨਿਆਂ ਉਹਨੂੰ ਠਹਿਰਾਈਏ ਉਸ ਚੀਜ਼ ਨੂੰ, ਪਹਿਲਾਂ ਉਸ ਦੇ ਹਾਲਾਤਾਂ ਨੂੰ ਦੇਖੋ, ਉਹਨੂੰ ਜਾਣੋ, ਉਹਨੂੰ ਪੁੱਛੋ, ਤੇ ਫਿਰ ਕੀ ਆ, ਮੈਂ ਇਸ ਚੀਜ਼ ਨੂੰ ਕਦੇ ਵੀ ਆਪਣੀ ਜ਼ੁਬਾਨ ਚੋਂ ਨਹੀਂ ਕੁਝ ਵੀ ਸਿੱਧਾ ਬੋਲਦਾ, ਪਹਿਲਾਂ ਮੈਂ ਉਹਦੀ ਸੁਣਦਾ ਕਿ ਉਹ ਕੀ ਕਹਿ ਰਿਹਾ। I spend a lot of time listening. Some of you that know me, you know I sit down and listen to you. ਤੇ ਤੁਹਾਨੂੰ ਮੇਰਾ ਪਤਾ ਹੈ ਕਿ ਮੈਂ ਬੜੇ ਵਾਰਾਂ ਕੀ ਕਰਦਾ ਨਾ, ਮੈਂ ਸਿਰਫ ਤੁਹਾਡੇ ਕੋਲੇ ਬਹਿਣਾ ਤੇ ਤੁਹਾਡੀ ਆਵਾਜ਼ ਨੂੰ ਸੁਣਦਾ। ਜ਼ਿਆਦਾ ਟਾਈਮ ਮੈਂ ਕੀ ਹੈ ਸੁਣਨ ਦੇ ਵਿੱਚ ਬਿਤਾਉਣਾ ਕਿ ਤੁਸੀਂ ਕੀ ਬੋਲ ਰਹੇ ਹੋ। Because sometimes people just need somebody to listen to them. ਕਿਉਂਕਿ ਕਈ ਵਾਰਾਂ ਮੇਰੇ ਭੈਣਾਂ ਭਰਾਵਾਂ ਨੂੰ ਕਿਸੇ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਕੋਈ ਉਹਨਾਂ ਦੀ ਸੁਣੇ ਕੋਲੇ ਬੈਠ ਕੇ। So from this lesson, we need to learn, never judge somebody, never speak about somebody till you know what that person is going through. ਤੇ ਕਦੇ ਵੀ ਕਿਸੇ ਵੀ ਇਨਸਾਨ ਦੇ ਬਾਰੇ ਕੁਝ ਵੀ ਏਦਾਂ ਹੀ ਨਾ ਬੋਲ ਦਵੋ ਜਿੰਨਾ ਚਿਰ ਤੁਹਾਨੂੰ ਉਹਦੇ ਹਾਲਾਤ ਜਾਂ ਉਹ ਕਿਸ ਹਾਲਾਤ ਦੇ ਵਿੱਚੋਂ ਗੁਜ਼ਰ ਰਿਹਾ ਹੈ, ਉਹਨਾਂ ਚਿਰ ਜਿੰਨਾ ਚਿਰ ਉਹ ਤੁਹਾਨੂੰ ਨਹੀਂ ਪਤਾ ਉਹਨਾਂ ਚਿਰ ਕਿਸੇ ਦੇ ਬਾਰੇ ਵੀ ਕੁਝ ਵੀ ਨਾ ਬੋਲੋ। If anybody comes to you and starts to tell you a problem, oh, Ranjit was saying this, Ranjit was saying that, Ranjit was saying, Ranjit, I'm just using an excuse, not excuse, an example, yeah? If Ranjit comes, listen to Ranjit and listen to the other side of the story. Listen to both sides. Don't only listen to Ranjit and make decision. Listen to both sides of the story. ਤੇ ਕਦੇ ਵੀ ਰਣਜੀਤ ਸਿਸਟਰ ਸ਼ਾਇਦ ਮਾਈਂਡ ਨਹੀਂ ਕਰਨਗੇ ਕਿਉਂਕਿ ਉਹਨਾਂ ਦੀ ਐਗਜ਼ਾਮਪਲ ਹੀ ਲਈ ਉਦਾਹਰਨ ਦੇ ਤੌਰ ਤੇ, ਠੀਕ ਹੈ, ਕਿ ਰਣਜੀਤ ਸਿਸਟਰ ਦੇ ਬਾਰੇ ਅਗਰ ਤੁਹਾਨੂੰ ਕੋਈ ਆ ਕੇ ਬੋਲੀ ਜਾ ਰਿਹਾ ਕਿ ਉਹ ਇਦਾਂ ਕਰੀ, ਉਹ ਇਦਾਂ ਕਰੀ, ਉਹ ਇਦਾਂ ਕਰੀ, ਜਾਂ ਇਹ ਕਰ ਰਹੀ ਹੈ, ਉਹ ਕਰ ਰਹੀ ਹੈ, ਠੀਕ ਹੈ, ਤੇ ਜਦੋਂ ਰਣਜੀਤ ਤੁਹਾਡੇ ਕੋਲੇ ਆਵੇ ਤੁਸੀਂ ਉਹਨੂੰ ਸਿੱਧਾ ਫੈਸਲਾ ਨਾ ਸੁਣਾਓ, ਬਲਕਿ ਉਹਦੀ ਵੀ ਸੁਣੋ, ਕਿਉਂਕਿ ਦੋਨੇ ਪਾਸੇ ਦੀ ਸੁਣ ਕੇ ਤੁਸੀਂ ਬਿਹਤਰ ਜਵਾਬਦੇਹ ਹੋ ਸਕਦੇ ਹੋ। Amen. So now let's go into the story again. Let's look at ਆਓ ਅਸੀਂ chapter ਕਹਾਣੀ 2, ਦੇ ਬਾਰੇ verse ਵਿੱਚ 12. ਦੇਖਦੇ ਹਾਂ। Chapter 2, verse 12. ਤੇ ਆਓ ਅਸੀਂ ਹੁਣ ਦੂਸਰੇ ਚੈਪਟਰ ਉਸੇ 1 ਸੈਮੂਅਲ ਦੂਸਰੇ ਚੈਪਟਰ ਦੀ 12 ਆਇਤ ਦੇ ਵਿੱਚ ਦੇਖਦੇ ਹਾਂ ਕੀ ਹੁੰਦਾ। Okay, we are looking at this same priest called Eli. ਤੇ ਅਸੀਂ ਉਸੇ ਹੀ ਏਲੀ ਦੇ ਬਾਰੇ ਹੀ ਦੇਖਾਂਗੇ ਜਿਹੜਾ ਜਾਜਕ ਸੀਗਾ ਉਸ ਸਮੇਂ ਦਾ। It says Eli had two sons. Eli's sons were wicked men and they had no regard for the Lord. ਤੇ ਏਲੀ ਸੀ ਜਿਹੜਾ ਜਾਜਕ ਸੀ ਜਿਹਦੇ ਮੂਹਰੇ ਹੰਨਾ ਜਾ ਕੇ ਉੱਥੇ ਪ੍ਰਾਰਥਨਾ ਕਰਦੀ ਹੁੰਦੀ ਸੀ, ਜਿਹੜਾ ਉਸ ਸਮੇਂ ਉਸ ਮੰਦਿਰ ਦਾ ਜਾਜਕ ਸੀਗਾ, ਉਹਦੇ ਦੋ ਸ਼ੈਤਾਨੀ ਪੁੱਤਰ ਸਨ ਤੇ ਉਹਨਾਂ ਨੇ ਯਹੋਵਾ ਨੂੰ ਕਦੇ ਨਹੀਂ ਸੀ ਜਾਣਿਆ। They were very wicked men. They did all wrong things. ਕਿਉਂਕਿ ਉਹ ਬੜੇ ਸ਼ੈਤਾਨ ਦੇ ਪੁੱਤਰ ਸੀਗੇ, ਸ਼ੈਤਾਨੀ ਚੀਜ਼ਾਂ ਜ਼ਿਆਦਾ ਕਰਦੇ ਹੁੰਦੇ ਸੀਗੇ। Yeah. Now it was a custom in the temple when people came to worship, they brought meat to offer to the Lord. ਤੇ ਉਸ ਸਮੇਂ ਇੱਕ ਰੀਤ ਸੀਗੀ, ਕਹ ਲਓ ਠੀਕ ਹੈ, ਕਿ ਜਦੋਂ ਵੀ ਲੋਕ ਵਰਸ਼ਿਪ ਕਰਨ ਆਉਂਦੇ ਹੁੰਦੇ ਸੀ ਜਾਂ ਕੋਈ ਮਹਿਮਾ ਕਰਨ ਆਉਂਦਾ ਤਾਂ ਉਹ ਕੁਛ ਨਾ ਕੁਛ ਲੈ ਕੇ ਆਉਂਦੇ ਸੀ, ਉਹ ਮੀਟ ਲੈ ਕੇ ਆਉਂਦੇ ਸੀਗੇ ਕਿ ਉੱਥੇ ਚੜਾ ਸਕਣ ਤਾਂ ਕਿ ਉਹਨੂੰ ਕੀ ਹੈ ਮੀਟ ਨੂੰ ਰਿੰਨਿਆ ਜਾ ਸਕੇ ਜਾਜਕਾਂ ਦੇ ਲਈ ਜੋ ਉੱਥੇ ਕੰਮ ਕਰਦੇ ਸੀ। So sometimes that meat was boiled before the Lord. ਤੇ ਕਈ ਵਾਰ ਉਸ ਨੂੰ ਕੜਾਹੇ ਦੇ ਵਿੱਚ ਬਣਾਇਆ ਵੀ ਜਾਂਦਾ ਸੀਗਾ। And sometimes the priest would take their share. They would take like a fork like that. They would put it in the water and they would take out the meat. Whatever meat came out, the priest would take for them to eat. ਕਈ ਵਾਰਾਂ ਕੀ ਹੈ ਜਿਹੜੇ ਜਦੋਂ ਮਾਸ ਨੂੰ ਰਹਿੰਦੇ ਹੁੰਦੇ ਸੀਗੇ, ਠੀਕ ਹੈ, ਜੋ ਵੀ ਉਹਦੇ ਵਿੱਚ ਹੱਥ ਦੇ ਵਿੱਚ ਬਚ ਜਾਂਦਾ ਹੁੰਦਾ ਸੀ ਜਾਂ ਉਹਦੇ ਵਿੱਚੋਂ ਰਹਿ ਜਾਂਦਾ ਹੁੰਦਾ ਸੀਗਾ, ਕਈ ਵਾਰ ਜਾਜਕ ਆਪਣਾ ਹਿੱਸਾ ਕਿ ਉਹਦੇ ਵਿੱਚੋਂ ਲੈ ਲੈਂਦੇ ਸੀ ਕਿ ਅਸੀਂ ਖਾਵਾਂਗੇ ਇਸ ਚੀਜ਼ ਦੇ ਵਿੱਚੋਂ। Now these two sons of Eli were very wicked men. They would say to the people, give us the meat, give us raw meat. ਤੇ ਪਰ ਕੀ ਹੈ ਜਿਹੜੇ ਇਹ ਦੋ ਸ਼ੈਤਾਨੀ ਏਲੀ ਦੇ ਪੁੱਤਰ ਸੀ, ਉਹ ਕੀ ਕਰਦੇ ਹੁੰਦੇ ਸੀ, ਉਹ ਉਹਨਾਂ ਲੋਕਾਂ ਨੂੰ ਜਾ ਕੇ ਕਹਿੰਦੇ ਹੁੰਦੇ ਸੀ ਇਸ ਮੀਟ ਨੂੰ ਬਣਾਉਣ ਤੋਂ ਪਹਿਲਾਂ ਇਹ ਮੀਟ ਜਿਹੜਾ ਸਾਨੂੰ ਦਿਓ। Yeah, the meat that was the fat of the meat was the prime meat. The good quality of the meat was first offered to God, but they wanted that meat for themselves. ਕਿਉਂਕਿ ਜਿਹੜਾ ਚੰਗਾ ਮਾਸ ਹੁੰਦਾ ਸੀਗਾ, ਚੰਗਾ ਮੀਟ ਹੁੰਦਾ ਸੀਗਾ ਜਿਹੜਾ, ਉਹ ਜ਼ਿਆਦਾਤਰ ਕੀ ਹੁੰਦਾ ਸੀ, ਪਹਿਲਾਂ ਸੀ ਪਰਮੇਸ਼ਰ ਦੇ ਅੱਗੇ ਉਸ ਸਮੇਂ ਤੋਂ ਚੜਾਉਂਦੇ ਹੁੰਦੇ ਸੀ ਕਿ ਉਹ ਪਰਮੇਸ਼ਰ ਦੇ ਲਈ ਹੁੰਦਾ ਸੀ। ਪਰ ਉਹ ਜਿਹੜੇ ਸ਼ੈਤਾਨੀ ਪੁੱਤਰ ਸੀ ਉਹ ਕੀ ਕਹਿੰਦੇ ਹੁੰਦੇ ਸੀ, ਨਹੀਂ ਇਹ ਚੰਗਾ ਜਿਹੜਾ ਮੀਟ ਹੈ ਉਹ ਪਹਿਲਾਂ ਸਾਨੂੰ ਦਿਓ। Yeah, and they said if you don't give it to us, we will take it by force. ਤੇ ਉਹ ਇਹ ਵੀ ਕਹਿੰਦੇ ਹੁੰਦੇ ਸੀਗੇ ਕਿ ਅਗਰ ਤੁਸੀਂ ਨਹੀਂ ਦਿਓਗੇ ਤਾਂ ਅਸੀਂ ਇਹਨੂੰ ਧੱਕੇ ਨਾਲ ਲੈ ਜਾਵਾਂਗੇ ਤੁਹਾਡੇ ਤੋਂ। Yeah, verse 17 it says, this sin of the young man was so great in the Lord's sight, for they were treating the Lord's offering with contempt.
ਤੇ ਫਿਰ 17ਵੀਂ ਆਇਤ ਦੇ ਵਿੱਚ ਜਿਵੇਂ ਲਿਖਿਆ ਕਹਿੰਦਾ ਸੋ ਇਸ ਕਰਕੇ ਉਹਨਾਂ ਜਵਾਨਾਂ ਦਾ ਪਾਪ ਸੀ ਜਿਹੜਾ ਉਹ ਯਹੋਵਾ ਦੇ ਅੱਗੇ ਬਹੁਤ ਵੱਡਾ ਸੀ, ਕਿਉਂ ਜੋ ਲੋਕ ਯਹੋਵਾ ਦੀ ਭੇਂਟ ਨੂੰ ਤੁੱਛ ਜਾਣਦੇ ਸਨ। Amen. Hmm. Now, in this story, we are looking at Eli and his two sons. Yeah. ਤੇ ਹੁਣ ਅਸੀਂ ਇਸ ਕਹਾਣੀ ਦੇ ਵਿੱਚ ਦੇਖਦੇ ਹਾਂ ਕਿ ਏਲੀ ਤੇ ਉਹਦੇ ਦੋ ਪੁੱਤਰਾਂ ਦੇ ਬਾਰੇ। Also, side by side, there is Samuel, who was the son that was born right at the start to Hannah. ਤੇ ਅਸੀਂ ਉਸ ਦੇ ਨਾਲ ਵੀ ਇਸ ਕਹਾਣੀ ਦੇ ਨਾਲ ਅਸੀਂ ਇਸ ਚੀਜ਼ ਦੇ ਉੱਤੇ ਵੀ ਦੇਖਦੇ ਜਾਵਾਂਗੇ ਕਿ ਜਿਹੜੀ ਹੰਨਾ ਆਈ ਸੀ ਸ਼ੁਰੂ ਦੇ ਵਿੱਚ, ਉਹਨੇ ਪੁੱਤਰ ਨੂੰ ਜਨਮਿਆ ਸੀ ਸੈਮੂਅਲ, ਠੀਕ ਹੈ, ਅਸੀਂ ਉਹਦੀ ਵੀ ਕਹਾਣੀ ਨਾਲ ਹੀ ਰੱਖਾਂਗੇ। God has placed this story both side by side to show us the difference with the wicked man and this good young boy. ਤੇ ਉਸ ਸਮੇਂ ਕੀ ਹੈ, ਫਿਰ ਪਰਮੇਸ਼ਰ ਕੀ ਹੈ ਉਸ ਚੀਜ਼ ਦੇ ਬਾਰੇ ਸਾਨੂੰ ਇੱਕ ਅੰਤਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਇਹ ਦੋ ਸ਼ੈਤਾਨੀ ਪੁੱਤਰਾਂ ਦੇ ਬਾਰੇ, ਏਲੀ ਦੇ ਬਾਰੇ ਤੇ ਸੈਮੂਅਲ ਜੋ ਆ ਰਿਹਾ ਨਾਲ। It says verse 18, and it says, but Samuel was ministering before the Lord, a boy wearing a linen apron. Each year his mother made him a little robe. He took it and he was worshiping God. ਤੇ ਫਿਰ ਕੀ, ਪਰ ਸੈਮੂਅਲ ਸੀ ਜੋ ਮੁੰਡਾ ਸੀ, ਠੀਕ ਹੈ, ਉਹ ਸੂਤਰ ਦਾ ਇਫੋਤ ਪਹਿਨ ਕੇ ਯਹੋਵਾ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ, ਜੋ ਉਹਦੀ ਮਾਤਾ ਨੇ ਉਹਨੂੰ ਲੈ ਕੇ ਨਿੱਕਾ ਜਿਹਾ ਝੱਗਾ ਬਣਾ ਕੇ ਵਰੇ ਦੇ ਵਰੇ ਉਹਨੂੰ ਲੈ ਕੇ ਆਉਂਦੀ ਸੀ। And end of verse 21 it says, meanwhile the boy Samuel grew up in the presence of the Lord. ਤੇ ਕੀ ਹੈ, ਫਿਰ ਹੰਨਾ ਸੀ ਜਿਹੜੀ ਯਹੋਵਾ ਨੇ ਧਿਆਨ ਕੀਤਾ ਕਿ ਉਹ ਗਰਮ ਪਣੀ ਹੋਈ। Samuel Say it grew again. up. Which verse, brother? 21, end of 21. Uh-huh. And the Lord was gracious to Hannah, and she conceived, and she had 3 sons and 2 daughters. Meanwhile, the boy Samuel grew up in the presence of the Lord. ਕਿਉਂਕਿ ਉਹਨੇ ਵਾਅਦਾ ਕੀਤਾ ਸੀ ਜਿਹੜਾ ਸੈਮੂਅਲ ਸੀਗਾ ਕਿ ਉਹ ਪਰਮੇਸ਼ਰ ਦੇ ਹਜ਼ੂਰ ਦੇਵੇਗੀ, ਠੀਕ ਹੈ, ਤਾਂ ਪਰਮੇਸ਼ਰ ਨੇ ਕਿ ਉਹਨੂੰ ਹੋਰ ਬਰਕਤ ਦਿੱਤੀ। ਤਾਂ ਜਦੋਂ ਅਸੀਂ 21 ਆਇਤ ਦੇ ਵਿੱਚ ਦੇਖਦੇ ਕਿ ਫੇਰ ਗਰਭਣੀ ਹੋਈ, ਉਹਨੂੰ 3 ਪੁੱਤਰ ਵੀ ਹੋਏ ਤੇ 2 ਹੋਰ ਧੀਆਂ ਹੋਈਆਂ, ਤੇ ਉਹਦਾ ਜਿਹੜਾ ਮੁੰਡਾ ਸੈਮੂਅਲ ਸੀ ਯਹੋਵਾ ਦੇ ਅੱਗੇ ਕੀ ਹੈ ਵੱਡਾ ਹੁੰਦਾ ਗਿਆ। You see, the interesting thing is, why is God showing you Samuel's story in between the wicked sons? ਸੈਮੂਅਲ ਦੀ ਕਹਾਣੀ ਨੂੰ ਪਰਮੇਸ਼ਰ ਸਾਨੂੰ ਦਿਖਾਉਣ ਦੀ ਕੀ ਕੋਸ਼ਿਸ਼ ਕਰ ਰਿਹਾ, ਇਸੇ ਕਹਾਣੀ ਦੇ ਵਿੱਚ ਸੈਮੂਅਲ ਦੀ ਕਹਾਣੀ ਕੀ ਦਿਖਾ ਰਿਹਾ, ਜਿਹੜੇ 2 ਸ਼ੈਤਾਨੀ ਪੁੱਤਰ ਸੀ ਉਹ ਕੀ ਕਰ ਰਹੇ ਸੀ, ਤੇ ਵਿੱਚ ਸੈਮੂਅਲ ਦੀ ਕਹਾਣੀ ਨੂੰ ਪਰਮੇਸ਼ਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। Now Eli is the chief priest. He did not correct his sons for what they were doing wrong. ਕਿਉਂਕਿ ਏਲੀ ਸੀ ਜਿਹੜਾ ਉਹ ਜਾਜਕ ਸੀਗਾ, ਪਰ ਉਹ ਇੰਨੀ ਤਾਕਤ ਨਹੀਂ ਸੀ ਰੱਖਦਾ ਕਿ ਉਹ ਆਪਣੇ ਪੁੱਤਰਾਂ ਨੂੰ ਜੋ ਕਰ ਰਹੇ ਨੇ ਉਹ ਸਹੀ ਕਰ ਸਕੇ। Later on, verse 22, it says, now Eli, who was very old, heard about everything his sons were doing to all Israel, and how they slept with women who served in the entrance of the tent of the meetings. ਤੇ ਫਿਰ ਏਲੀ ਸੀ ਜਿਹੜਾ 22 ਆਇਤ ਦੇ ਵਿੱਚ ਦੇਖਦੇ ਆ ਕਿ ਏਲੀ ਸੀ ਉਹ ਬਹੁਤ ਵੱਡਾ ਬੁੱਢਾ ਹੋ ਗਿਆ, ਅਤੇ ਉਸਨੇ ਉਹ ਸਭ ਕੁਝ ਸੁਣਿਆ ਜੋ ਉਹਦੇ ਪੁੱਤਰ ਸਾਰੇ ਇਜ਼ਰਾਈਲ ਦੇ ਨਾਲ ਕੀ ਕੀ ਕਰਦੇ ਸਨ, ਉਹਨੇ ਸਭ ਕੁਝ ਸੁਣਿਆ, ਅਤੇ ਕਿੱਕਰ ਉਹਨਾਂ ਤੀਵੀਆਂ ਨਾਲ ਜੋ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਸੇਵਾ ਕਰਦੀਆਂ ਹਨ ਇਕੱਠੀਆਂ ਹੁੰਦੀਆਂ ਸਨ, ਉਹਨਾਂ ਨਾਲ ਕੀ ਸੰਗ ਕਰਦੇ ਸਨ। First, they were disobedient. They were not listening to their dad. They were not listening. They were committing a lot of wrong things. Second, they were doing the sexual sin of having sex with women. ਤੇ ਪਹਿਲੀ ਚੀਜ਼ ਤਾਂ ਕੀ ਸੀ ਕਿ ਆਪਣੇ ਪਿਤਾ ਦੀ ਨਹੀਂ ਸੀ ਸੁਣ ਰਹੇ, ਤੇ ਆਪਣੇ ਪਰਮੇਸ਼ਰ ਦੇ ਅੱਗੇ ਉਹਨਾਂ ਦਾ ਕੋਈ ਨਾਤਾ ਹੀ ਨਹੀਂ ਸੀ, ਉਹਨਾਂ ਦਾ ਕੋਈ ਰਿਸ਼ਤਾ ਨਹੀਂ ਸੀਗਾ, ਪਹਿਲੀ ਵੱਡੀ ਗਲਤੀ ਸੀ। ਦੂਜੀ ਗੱਲ ਕਿ ਜਿਹੜੀਆਂ ਔਰਤਾਂ ਉਸ ਭਵਨ ਦੇ ਵਿੱਚ ਉੱਥੇ ਜਾ ਕੇ ਸੇਵਾ ਕਰਦੀਆਂ ਸੀ, ਉਹਨਾਂ ਨਾਲ ਹੀ ਕੀ ਹੈ ਗਲਤ ਚੀਜ਼ਾਂ ਕਰਦੇ ਸੀ, ਗਲਤ ਕੰਮ ਕਰਦੇ ਸੀ। Yeah. Now Eli is talking to his sons. He says, verse 23, he says, why do you do such things? I hear from all the people about these wicked deeds of yours. ਤੇ ਫਿਰ ਉਹਨੇ ਕਿਹਾ, ਕਹਿੰਦਾ ਉਹਨੇ ਉਹਨਾਂ ਨੂੰ ਆਖਿਆ ਅਜਿਹੇ ਕੰਮ ਤੁਸੀਂ ਕਿਉਂ ਕਰਦੇ ਹੋ। ਏਲੀ ਨੇ ਆਪਣੇ ਪੁੱਤਰਾਂ ਨੂੰ ਕਿਹਾ, ਕਹਿੰਦਾ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਹੋ, ਕਿਉਂ ਜੋ ਮੈਂ ਤੁਹਾਡੀ ਬਦੀ ਸਭਨਾਂ ਲੋਕਾਂ ਕੋਲੋਂ ਸੁਣਦਾ ਹਾਂ। Verse 24, it says, no, my son, it is not a good report that I hear spreading among the Lord's people. ਤੇ ਉਹਨੇ ਕਿਹਾ, ਕਹਿੰਦਾ ਨਾ ਮੇਰੇ ਪੁੱਤਰੋ, ਕਿਉਂ ਜੋ ਇਹ ਚੰਗੀ ਖਬਰ ਨਹੀਂ ਜਿਹੜੀ ਮੈਂ ਸੁਣਦਾ ਹਾਂ ਕਿ ਤੁਸੀਂ ਯਹੋਵਾ ਦੀ ਪ੍ਰਜਾ ਦੇ ਉਲੰਘਣ ਦੇ ਕਾਰਨ ਬਣਦੇ ਹੋ। We spoke about your platform. We spoke about the book. People are reading you. Yeah, remember that? ਅਸੀਂ ਇਸ ਚੀਜ਼ ਦੇ ਬਾਰੇ ਗੱਲਬਾਤ ਕੀਤੀ, ਤੁਹਾਡੇ ਪਲੇਟਫਾਰਮ ਦੇ ਬਾਰੇ, ਤੁਹਾਡੀ ਜਗ੍ਹਾ ਕੀ ਹੈ, ਤੇ ਅਸੀਂ ਇਸ ਚੀਜ਼ ਦੇ ਬਾਰੇ ਗੱਲਬਾਤ ਕੀਤੀ ਹੈ ਕਿ ਤੁਹਾਨੂੰ ਲੋਕ ਪੜ੍ਹ ਰਹੇ ਹੈ। Yeah, people were giving bad report about these boys. ਤੇ ਕੀ ਲੋਕ ਵੀ ਉਸ ਸਮੇਂ ਦੇਖ ਰਹੇ ਸੀ ਤੇ ਉਹਨਾਂ ਦੋਨੇ ਪੁੱਤਰਾਂ ਦੇ ਬਾਰੇ ਜਿਹੜੀ ਕੀ ਹੈ
ਬਹੁਤ ਮੰਦੀ ਜਿਹੜੀ ਕਹ ਲਓ ਵੀ ਇੱਕ ਸਹੀ ਜਿਹੜੀ ਖਬਰ ਨਹੀਂ ਸੀ ਆਪਣੇ ਉਹਦੇ ਪਿਤਾ ਨੂੰ ਦਿੱਤੀ, ਉਹ ਸਹੀ ਖਬਰ ਨਹੀਂ ਦਿੱਤੀ ਕਿਉਂਕਿ ਉਹ ਜੋ ਕਰ ਰਹੇ ਸੀ Now, ਉਹਨਾਂ ਨੇ ਆ ਕੇ now ਦੱਸਿਆ। Eli is trying to explain to his sons. He says, verse 25, if a man sins against another man, God may mediate for you. But if a man sins against the Lord, who will intercede for him? ਏਲੀ ਸੀ ਜਿਹੜਾ ਆਪਣੇ ਪੁੱਤਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨੇ 25 ਅధ్যায় ਦੇ ਵਿੱਚ ਸਮਝਾਇਆ ਕਿਵੇਂ, ਕਹਿੰਦਾ ਜੇ ਕਦੀ ਇੱਕ ਮਨੁੱਖ ਦੂਜੇ ਮਨੁੱਖ ਦਾ ਪਾਪ ਕਰੇ ਤਾਂ ਪਰਮੇਸ਼ਰ ਉਹਦਾ ਨਿਆਂ ਕਰੇਗਾ, ਪਰ ਜੇ ਕਦੀ ਮਨੁੱਖ ਯਹੋਵਾ ਦਾ ਪਾਪ ਕਰੇ ਤਾਂ ਉਹਦੀ ਸਿਫਾਰਿਸ਼ ਕੌਣ ਕਰੇਗਾ? His sons, however, did not listen to their father rebuke, for it was the Lord's will to put them to death. ਤੇ ਤਾਂ ਵੀ ਉਹਦੇ ਜਿਹੜੇ ਉਹਦੇ ਪੁੱਤਰ ਸੀ, ਉਹਨੇ ਆਪਣੇ ਪਿਓ ਦਾ ਨੇ ਜੋ ਆਖਿਆ ਉਹਨਾਂ ਦਾ ਆਖਾ ਨਹੀਂ ਮੰਨਿਆ, ਤੇ ਫਿਰ ਯਹੋਵਾ ਨੇ ਉਹਨਾਂ ਨੂੰ ਕੀਆ, ਉਹਨਾਂ ਨੂੰ ਮਾਰਨਾ ਚਾਹੁੰਦਾ ਸੀ ਪੁੱਤਰਾਂ ਨੂੰ ਯਹੋਵਾ। But look at verse 26. Very interesting what verse 26 says. ਤੇ ਹੁਣ 26 ਅధ్যায় ਦੇ ਵਿੱਚ ਵੀ ਅਸੀਂ ਨਾਲ ਨਾਲ ਦੇਖਾਂਗੇ ਹੁਣ 26 ਅధ్যায় ਦੇ ਵਿੱਚ ਕੀ ਹੋਇਆ ਫਿਰ। And the boy Samuel continued to grow in stature and in favor with the Lord and with men. ਤੇ ਫਿਰ 26 ਅధ్যায় ਦੇ ਵਿੱਚ ਦੇਖੋ ਨਾਲ ਹੀ ਸੈਮੂਅਲ ਦੀ ਕਹਾਣੀ ਫਿਰ ਆ ਗਈ ਕਿ ਅਤੇ ਉਹ ਮੁੰਡਾ ਸੈਮੂਅਲ ਵਧਦਾ ਗਿਆ ਅਤੇ ਯਹੋਵਾ ਤੇ ਮਨੁੱਖਾਂ ਦੇ ਅੱਗੇ ਮੰਨਿਆ ਪਰਵੰਨਿਆ ਸੀ। Interesting why the Lord is showing this story about Samuel in between here. ਆਓ ਇਹ ਦੇਖੋ ਕਿੰਨੀ ਮਜ਼ੇਦਾਰ ਕਹਾਣੀ, ਇੱਕ ਇੰਟਰਸਟਿੰਗ ਗੱਲ ਹੈ, ਠੀਕ ਹੈ, ਕਿ ਇਹਨਾਂ ਦੋਨਾਂ ਪੁੱਤਰਾਂ ਦੇ ਦੌਰਾਨ ਹੀ ਉਹ ਸੈਮੂਅਲ ਦੀ ਕਹਾਣੀ ਨੂੰ ਨਾਲ ਨਾਲ ਸਾਨੂੰ ਦਿਖਾ ਰਿਹਾ ਹੈ। God is bringing a comparison, wickedness and good. ਪਰਮੇਸ਼ਰ ਸਾਨੂੰ ਕੀ ਹੈ, ਇੱਕ ਅੰਤਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਕਮਜ਼ੋਰੀਆਂ ਦਾ, ਸ਼ੈਤਾਨੀ ਚੀਜ਼ਾਂ ਦਾ ਤੇ ਵਧੀਆ ਚੀਜ਼ਾਂ ਦਾ। Now let's look at this man Eli, the priest, the high priest. ਤੇ ਆਓ ਅਸੀਂ ਹੁਣ ਦੇਖਦੇ ਹਾਂ ਏਲੀ ਦੇ ਬਾਰੇ ਕੀ ਹੋਇਆ, ਜਿਹੜਾ ਜਾਜਕ ਸੀਗਾ। He told his sons, they did not listen to him. ਤੇ ਉਹਨੇ ਆਪਣੇ ਪੁੱਤਰਾਂ ਨੂੰ ਦੱਸਿਆ, ਕਿਹਾ, ਪਰ ਉਹਨਾਂ ਨੇ ਉਹਦੀ ਨਾ ਸੁਣੀ। He decided not to do anything about it. ਤੇ ਉਹ ਨਹੀਂ ਸੀ ਚਾਹੁੰਦਾ ਕਿ ਕੁਝ ਵੀ ਉਹਨਾਂ ਦੇ ਬਾਰੇ ਕੁਝ ਹੋਰ ਕਰੇ। It was his fault. He should have done something. ਕਿਉਂਕਿ ਉਹਨੇ ਜ਼ਿਆਦਾ ਕੀ ਹੈ ਸੀਰੀਅਸ ਉਸ ਚੀਜ਼ ਨੂੰ ਨਹੀਂ ਕਿਹਾ ਆਪਣੇ ਪੁੱਤਰਾਂ ਨੂੰ, ਉਹਨੂੰ ਚਾਹੀਦਾ ਸੀ ਕਿ ਉਹ ਕੁਝ ਕਰਦਾ ਉਸ ਜਗ੍ਹਾ ਦੇ ਉੱਤੇ ਆਪਣੇ ਪੁੱਤਰਾਂ ਦੇ ਨਾਲ। What he should have done, what the priest, the high priest should have done, ਉਹ ਜਾਜਕ ਸੀ ਜਿਹੜਾ ਉਹ ਕਰ ਕੀ ਸਕਦਾ ਸੀਗਾ। he should have told his two sons, I am removing you from that position that you are in now, and I'm telling you to sit down or get out. ਤੇ ਉਹ ਆਪਣੇ ਪੁੱਤਰਾਂ ਨੂੰ ਉਸ ਸਮੇਂ ਤੇ ਇੱਕ ਗੱਲ ਕਹਿ ਸਕਦਾ ਸੀਗਾ ਕਿ ਜੇ ਤੁਸੀਂ ਇਹ ਚੀਜ਼ਾਂ ਨੂੰ ਕਰਨੋਂ ਨਹੀਂ ਹਟਦੇ, ਤੁਹਾਨੂੰ ਮੈਂ ਇਸ ਜਗ੍ਹਾ ਤੋਂ ਹਟਾਉਣਾ ਤੇ ਤੁਹਾਨੂੰ ਇਸ ਜਗ੍ਹਾ ਤੋਂ ਬਾਹਰ ਕੱਢਦਾ। But he decided to put a band-aid. You know, when you have a big wound, we put a small band-aid and we think it's okay. ਤੇ ਕਈ ਵਾਰ ਜਦੋਂ ਸਾਡੇ ਵੱਡਾ ਜ਼ਖਮ ਹੋਵੇ, ਠੀਕ ਹੈ, ਅਸੀਂ ਇੱਕ ਛੋਟੀ ਜਿਹੀ ਬੈਂਡੇਜ ਲਾ ਲੈਂਦੇ ਆ ਕਿ ਸ਼ਾਇਦ ਉਹ ਜ਼ਖਮ ਨੂੰ ਰੋਕ ਲਵੇਗੀ ਜਾਂ ਉਸ ਚੀਜ਼ ਨੂੰ ਕਵਰ ਕਰ ਲੂਗੀ। ਉਹੀ ਚੀਜ਼ ਏਲੀ ਨੇ ਕੀਤੀ। Today, most of you are leaders in the church. ਅੱਜ ਤੁਸੀਂ ਬਹੁਤ ਸਾਰੇ ਜਿਹੜੇ ਹੋ, ਤੁਸੀਂ ਇੱਕ ਲੀਡਰਸ਼ਿਪ ਟੀਮ ਦੇ ਵਿੱਚੋਂ ਚਰਚ ਦੇ ਵਿੱਚ। If you do not stand for the righteousness of God in what position you are, God will deal with you. ਅਗਰ ਤੁਸੀਂ ਆਪਣੀ ਜਗ੍ਹਾ ਦੇ ਉੱਤੇ ਸੱਚਾਈ ਦੇ ਨਾਲ ਨਹੀਂ ਖੜਦੇ, ਠੀਕ ਹੈ, ਜਾਂ ਉਸ ਚੀਜ਼ ਦੇ ਆਪਣੀ ਜੋ ਅਹੁਦਾ ਹੈ ਉਸ ਚੀਜ਼ ਨੂੰ ਨਹੀਂ ਸਮਝਦੇ, ਤਾਂ ਪਰਮੇਸ਼ਰ ਇਸ ਚੀਜ਼ ਦੇ ਨਾਲ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰੇਗਾ। If you see something that is wrong, if you see that somebody is doing something wrong, you are the one in leadership that should say, brother, sister, this is wrong, stop it. Do not just say, it's okay, don't worry, it's okay, let's carry on. ਅਗਰ ਤੁਸੀਂ ਕੁਝ ਚੀਜ਼ਾਂ ਨੂੰ ਦੇਖ ਰਹੇ ਹੋ, ਚਰਚ ਦੇ ਵਿੱਚ ਕੁਝ ਗਲਤ ਹੋ ਰਿਹਾ, ਤਾਂ ਸਿੱਧਾ ਉਹਨਾਂ ਦੇ ਕੋਲੇ ਜਾ ਕੇ ਕਹੋ ਕਿ ਭੈਣੋ ਜਾਂ ਭਰਾਵੋ, ਇਹ ਚੀਜ਼ ਤੁਹਾਡੇ ਲਈ ਗਲਤ ਹੈ। ਅਗਰ ਤੁਸੀਂ ਦੇਖ ਕੇ ਕੁਝ ਨਹੀਂ ਬੋਲ ਰਹੇ, ਤਾਂ ਅਗਰ ਤੁਸੀਂ ਕਹਿ ਰਹੇ ਹੋ ਓਕੇ ਹੈ, ਤਾਂ ਸਹੀ ਨਹੀਂ ਹੈ। Many people are doing this. They're saying it's okay, don't worry, it's okay, it's only a small thing. ਕਿਉਂਕਿ ਕਈ ਭੈਣ ਭਰਾ ਇਦਾਂ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਓਕੇ ਕੋਈ ਗੱਲ ਨਹੀਂ, ਸਹੀ ਹੈ, ਜਾਣ ਤੋਂ ਕੋਈ ਚਾਹੀਏ, ਵਧੀਆ, ਸਹੀ ਹੈ। Let me tell you one thing, sin is sin. ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਣੀ ਚਾਹੁੰਦਾ, ਪਾਪ ਪਾਪ ਹੀ ਹੈ। You cannot put a dress around it and say it's okay. ਜੇ ਪਾਪ ਹੈ ਤਾਂ ਤੁਸੀਂ ਚੰਗੇ ਕੱਪੜੇ ਪਾ ਕੇ ਉਹਨੂੰ ਲੁਕੋ ਨਹੀਂ ਸਕਦੇ। If somebody is doing wrong, you cannot just still leave him in that position and say it's okay. ਅਗਰ ਕੋਈ ਖਾਸ ਚੀਜ਼ ਅਹੁਦੇ ਦੇ ਵਿੱਚੋਂ ਤੇ ਕੁਝ ਗਲਤ ਕਰ ਰਿਹਾ, ਤਾਂ ਤੁਸੀਂ ਉਸ ਚੀਜ਼ ਨੂੰ ਲਗਾਤਾਰ ਉਹਦੇ ਨਾਲ ਕੀ ਹੈ ਕੰਟੀਨਿਊ ਨਹੀਂ ਕਰ ਸਕਦੇ, ਉਹਦੇ ਨਾਲ ਬਣੇ ਨਹੀਂ ਰਹਿ ਸਕਦੇ। Especially if you're leading in the ministry, doing things in the ministry, leading, whether in praise and worship, whether you're in the frontline team, whether you're in the prayer team, if you're leading ministry work,
You cannot be left to stay in that same position with that sin. ਤੇ ਤੁਸੀਂ ਚਾਹੇ ਕਿਸੇ ਸੇਵਕਾਈ ਨੂੰ ਲੀਡ ਕਰ ਰਹੇ ਹੋ, ਸੇਵਕਾਈ ਨੂੰ ਅੱਗੇ ਲੈ ਕੇ ਜਾ ਰਹੇ ਹੋ, ਚਾਹੇ ਤੁਸੀਂ ਚਰਚ ਦੀ ਸੇਵਕਾਈ ਨੂੰ ਅੱਗੇ ਲੈ ਕੇ ਜਾ ਰਹੇ ਹੋ, ਚਾਹੇ ਤੁਸੀਂ ਫਰੰਟਲਾਈਨ ਟੀਮ ਦੇ ਵਿੱਚ ਹੋ, ਚਾਹੇ ਤੁਸੀਂ ਪ੍ਰੇਜ਼ ਐਂਡ ਵਰਸ਼ਿਪ ਦੇ ਲੀਡਰ ਹੋ, ਜਾਂ ਕੋਈ ਕਹਿ ਲਓ ਵੀ ਹੋਰ ਕਿਸੇ ਸੇਵਕਾਈ ਦੇ ਜਾਂ ਪ੍ਰੇਅਰ ਦੇ ਵਿੱਚ ਲੀਡਿੰਗ ਕਰ ਰਹੇ ਹੋ, ਠੀਕ ਹੈ, ਕਿਸੇ ਵੀ ਚੀਜ਼ ਦੇ ਵਿੱਚ ਹੋ, ਠੀਕ ਹੈ, ਅਗਰ ਤੁਸੀਂ ਪਾਪ ਕਰ ਰਹੇ ਹੋ ਤਾਂ ਤੁਸੀਂ ਉਸ ਚੀਜ਼ ਦੇ ਵਿੱਚ ਬਣੇ ਨਹੀਂ ਰਹਿ ਸਕਦੇ। Let me show you how God will deal with this. ਆਓ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਪਰਮੇਸ਼ਰ ਕਿਸ ਤਰ੍ਹਾਂ ਤੁਹਾਡੇ ਨਾਲ ਫਿਰ ਗੱਲਬਾਤ ਕਰੇ। We saw Adam, he said it's okay, he listened to his wife, God threw him out. ਆਓ ਦੇਖੋ, ਹੁਣ ਦੇਖੋ, ਆਦਮ ਤੇ ਹਵਾ ਸੀ, ਜਦੋਂ ਬਾਗ ਦੇ ਵਿੱਚੋਂ ਕੱਢੇ ਗਏ, ਆਦਮ ਨੇ ਕੀ ਕੀਤਾ ਸੀ? ਹਵਾ ਨੂੰ ਸੁਣਿਆ, ਪਰਮੇਸ਼ਰ ਨੂੰ ਪਿੱਛੇ ਕੀਤਾ, ਉਹਨੂੰ ਆਦਮ ਦੇ ਬਾਗ ਚੋਂ ਬਾਹਰ ਕੱਢ ਦਿੱਤਾ ਗਿਆ। Moses did the same, he listened to himself, God dealt with him. ਤੇ ਮੂਸਾ ਨੇ ਪਰਮੇਸ਼ਰ ਦੀ ਆਵਾਜ਼ ਸੁਣਨ ਦੀ ਬਜਾਏ ਆਪਣੇ ਆਪ ਨੂੰ ਮਹਿਮਾ ਦਿੱਤੀ ਤੇ ਪਰਮੇਸ਼ਰ ਨੇ ਉਹਦੇ ਨਾਲ ਵੀ ਗੱਲਬਾਤ ਕੀਤੀ। Let us look how God deals with Eli and his family. ਤੇ ਹੁਣ ਦੇਖਦੇ ਹਾਂ ਅਸੀਂ ਏਲੀ ਦੇ ਬਾਰੇ ਕਿ ਪਰਮੇਸ਼ਰ ਨੇ Verse ਕਿਸ 27. ਤਰ੍ਹਾਂ ਏਲੀ ਤੇ ਉਹਦੇ ਪਰਿਵਾਰ ਦੇ ਨਾਲ ਫਿਰ ਗੱਲਬਾਤ ਕੀਤੀ ਸੀ। Eli was comfortable sitting in his chair. It's okay, don't worry, that problem is there. My sons are not listening. It's okay, don't worry. We'll deal with it later. It's okay. ਕਿਉਂਕਿ ਏਲੀ ਨੇ ਵੀ ਕੀ ਕੀਤਾ, ਉਹਨੇ ਦੱਸਿਆ, ਪੁੱਤਰਾਂ ਨੇ ਨਹੀਂ ਸੁਣਿਆ, ਉਹਨੇ ਫਿਰ ਵੀ ਕਿਹਾ ਚਲੋ ਕੋਈ ਗੱਲ ਨਹੀਂ, ਓਕੇ, ਆਪਣੀ ਚੇਅਰ ਤੇ ਬੈਠਾ ਆਰਾਮ ਦੇ ਨਾਲ, ਠੀਕ ਹੈ, ਉਹਨੇ ਕਿਹਾ ਕੋਈ ਗੱਲ ਨਹੀਂ, ਇਸ ਮਾਮਲੇ ਦੇ ਤੇ ਆਪਾਂ ਫਿਰ ਗੱਲਬਾਤ ਕਰਾਂਗੇ। Now God said, I will show you what I am going to do. ਤੇ ਫਿਰ ਪਰਮੇਸ਼ਰ ਨੇ ਕਿਹਾ, ਕਹਿੰਦਾ ਮੈਂ ਤੈਨੂੰ ਹੁਣ ਦਿਖਾਵਾਂਗਾ ਕਿ ਮੈਂ ਕੀ ਕਰ ਸਕਦਾ। Verse 27. And now a man of God came to Eli and said to him. ਤੇ ਫਿਰ ਕਿ 27 ਆਇਤ ਦੇ ਵਿੱਚ ਕੀ ਹੈ, ਇੱਕ ਮਰਦ ਏਲੀ ਦੇ ਕੋਲ ਆਇਆ ਤੇ ਉਹਨੂੰ ਆਖਿਆ, This is what the Lord says. ਇਹ ਚੀਜ਼ ਸੀ ਜੋ ਯਹੋਵਾ ਨੇ ਆਖਿਆ। This is what the Lord says is like a prophet. A prophet will only say what God tells him to say. ਕਿਉਂਕਿ ਭਵਿੱਖਵਕਤਾ ਸੀ ਜਿਹੜਾ ਏਲੀ ਦੇ ਕੋਲੇ ਆਇਆ ਤੇ ਉਹਨੇ ਉਹੀ ਕੁਝ ਦੱਸਿਆ ਜੋ ਯਹੋਵਾ ਨੇ ਉਹਨੂੰ ਕਿਹਾ ਸੀ ਏਲੀ ਨੂੰ ਦੱਸਣ ਦੇ ਲਈ। A lot of times people say, God said this, God said this. Please do not just say it. If God has not said it, don't say it. Don't take from here and say God said. ਕੁਝ ਵੀ sorry, say it again, brother. I don't want to miss it. Yeah. Do not say God said if it is coming from you. When God says, you will know what God says. ਤੇ ਕਦੇ ਵੀ ਹਮੇਸ਼ਾ ਇਦਾਂ ਹੀ ਨਾ ਕਹਿੰਦੇ ਜਾਇਆ ਕਰੋ, ਲਫ਼ਜ਼ ਤੁਹਾਡੇ ਆਪਣੇ ਹੋਣ ਤੇ ਤੁਸੀਂ ਜਾ ਕੇ ਲੋਕਾਂ ਨੂੰ ਕਹਿੰਦੇ ਜਾਓ ਇਹ ਪਰਮੇਸ਼ਰ ਕਹਿ ਰਿਹਾ ਜਾਂ ਇਹ ਪਰਮੇਸ਼ਰ ਕਹਿ ਰਿਹਾ, ਕਿਉਂਕਿ ਇਸ ਚੀਜ਼ ਦਾ ਤੁਹਾਨੂੰ ਵੀ ਅਹਿਸਾਸ ਹੈ ਕਿ ਪਰਮੇਸ਼ਰ ਕੀ ਤੁਹਾਨੂੰ ਕਹਿ ਰਿਹਾ ਜਾਂ ਕੀ ਤੁਹਾਨੂੰ ਨਹੀਂ ਕਹਿ ਰਿਹਾ। Sometimes people are feeling, oh, I'm feeling this, but then they say, oh, but the God said this, God said, please, be very dangerous. ਕਿਉਂਕਿ ਅਗਰ ਤੁਸੀਂ ਉਸ ਚੀਜ਼ ਦਾ ਅਹਿਸਾਸ ਤੁਸੀਂ ਆਪਣੇ ਆਪ ਚੋਂ ਲੈ ਰਹੇ ਹੋ ਤਾਂ ਇਹ ਕਦੇ ਵੀ ਨਾ ਕਹੋ ਕਿ ਮੈਨੂੰ ਪਰਮੇਸ਼ਰ ਕਹਿ ਰਿਹਾ, ਕਿਉਂਕਿ ਇਹ ਬਹੁਤ ਗਲਤ ਗੱਲ ਹੈ ਜਾਂ ਇੱਕ ਖਤਰੇ ਵਾਲੀ ਗੱਲ ਹੈ ਸਾਡੇ ਲਈ। When God says, it will say, thus says the Lord. ਜਦੋਂ ਪਰਮੇਸ਼ਰ ਕਹਿੰਦਾ ਤੇ ਉਹ ਕਹਿੰਦਾ ਕਿ ਹਾਂ Yeah. ਕਹੋ। So now this man is telling this priest, Eli, he says, did I not clearly reveal myself to your father's house when they were in Egypt under the Pharaoh? Read that verse. Yeah. ਉਹਨੇ ਕਿਹਾ, ਕਹਿੰਦਾ 27 ਆਇਤ ਦੇ ਵਿੱਚ ਕਹਿੰਦਾ, ਤਦ ਪਰਮੇਸ਼ਰ ਦਾ ਇੱਕ ਮਰਦ ਏਲੀ ਦੇ ਕੋਲ ਆਇਆ ਤੇ ਉਹਨੂੰ ਆਖਿਆ ਕਿ ਯਹੋਵਾ ਇਉਂ ਆਖਦਾ ਹੈ, ਭਲਾ ਮੈਂ ਤੇਰੇ ਪਿਓ ਦੇ ਘਰਾਣੇ ਉੱਤੇ ਜਾਂ ਉਹ ਮਿਸਰ ਵਿੱਚ ਫਰਾਉਨ ਦੇ ਘਰਾਣੇ ਦੀ ਗੁਲਾਮੀ ਵਿੱਚ ਸੀ ਪ੍ਰਗਟ ਨਹੀਂ ਸੀ ਹੋਇਆ? ਉਹ ਹੋਇਆ ਸੀ ਨਾ ਉਸ ਸਮੇਂ ਤੇ। Yes. Now let's look at verse 29. ਆਓ 29 ਆਇਤ ਦੇ ਵਿੱਚ ਦੇਖਦੇ ਕੀ ਆ। Why do you scorn my sacrifice and offerings that I prescribed for my dwelling? God is asking him, why did you scorn? Why did you not respect? ਹੁਣ ਪਰਮੇਸ਼ਰ ਉਸ ਭਵਿੱਖਵਕਤਾ ਦੇ ਥਰੂ ਉਹਦੇ ਦੁਆਰਾ ਉਸ ਏਲੀ ਦੇ ਨਾਲ ਗੱਲਬਾਤ ਕਰ ਰਿਹਾ, ਯਾਜਕ ਦੇ ਨਾਲ, ਕਹਿੰਦਾ ਫਿਰ ਤੁਸੀਂ ਕਾਹਨੂੰ ਮੇਰੀ ਉਸ ਬਲੀ ਅਤੇ ਮੇਰੀ ਭੇਂਟ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜਾਈ ਜਾਂਦੀ ਹੈ ਲੱਤ ਮਾਰਦੇ ਹੋ? ਉਹਨੂੰ ਕੁਐਸਚਨ ਕਰ ਰਿਹਾ, ਕਹਿੰਦਾ ਕਿਉਂ? Yeah, and then the next line says, why do you honor your sons more than me? ਤੇ ਫਿਰ ਉਹ ਕਹਿੰਦਾ ਨਾਲ ਹੀ ਉਹਨੂੰ ਫਿਰ ਅਗਲਾ ਕੁਐਸਚਨ ਪੁੱਛਦਾ, ਕਹਿੰਦਾ ਤੂੰ ਕਿਉਂ ਆਪਣੇ ਪੁੱਤਰਾਂ ਦੇ ਮੇਰੇ ਨਾਲੋਂ ਵਧੇਕ ਆਦਰ ਕਰਦਾ ਹੈ? ਕਹਿੰਦਾ ਮੇਰੇ ਨਾਲੋਂ ਜ਼ਿਆਦਾ ਆਪਣੇ ਪੁੱਤਰਾਂ ਦਾ ਆਦਰ ਜ਼ਿਆਦਾ ਕਿਉਂ ਕਰਦਾ ਹੈ? Do we understand what we are reading? ਸਮਝ ਰਹੇ ਹੋ ਕਿ ਅਸੀਂ ਕੀ ਪੜ੍ਹ ਰਹੇ ਹਾਂ? This is some very powerful, strong stuff. ਕਿਉਂਕਿ ਜ਼ਿਆਦਾ ਹੀ ਇੱਕ ਕਹਿ ਲਓ ਵੀ ਮਜ਼ਬੂਤੀ ਵਾਲਾ ਤੇ ਜਿਹੜੀ ਬੋਲਿਆ ਗਿਆ ਸਾਨੂੰ ਸੁਣਨ ਦੀ ਜ਼ਰੂਰਤ ਹੈ। God said, why are you putting your sons before me? ਸਿੱਧੇ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ
ਕਿ ਕਿਉਂ ਤੂੰ ਆਪਣੇ ਪੁੱਤਰਾਂ ਨੂੰ ਮੇਰੇ ਤੋਂ ਪਹਿਲ ਦੇ ਰਿਹਾ ਹੈ। Eli should have told his two sons, what you are doing is wrong. Get out. Stay outside. Sort your El- life out. Then you Eli come and serve in the house. ਏਲੀ ਉਸ ਸਮੇਂ ਤੇ ਇਹ ਚੀਜ਼ਾਂ ਵੀ ਕਹਿ ਸਕਦਾ ਸੀ ਆਪਣੇ ਪੁੱਤਰਾਂ ਨੂੰ ਕਿ ਜੋ ਮੈਂ ਸੁਣਿਆ ਮੈਂ ਤੁਹਾਨੂੰ ਦੱਸਿਆ ਇਹ ਗਲਤ ਨੇ, ਇੱਥੋਂ ਬਾਹਰ ਜਾਓ, ਇਸ ਜਗ੍ਹਾ ਤੋਂ ਹਟੋ ਤੇ ਆਪਣੀ ਜ਼ਿੰਦਗੀ ਨੂੰ ਸਹੀ ਕਰਕੇ ਫਿਰ ਵਾਪਸ ਆਓ। When they repent before God and come, then they can come with the right attitude. Their attitude ਕਿਉਂਕਿ was wrong. ਜਦੋਂ ਉਹ ਉਸ ਚੀਜ਼ ਨੂੰ ਅਗਰ ਬਾਹਰ ਨਿਕਲਦੇ, ਉਸ ਤੋਂ ਬਾਅਦ ਉਹ ਪਰਮੇਸ਼ਰ ਦੇ ਅੱਗੇ ਤੌਬਾ ਕਰਦੇ, ਤੌਬਾ ਕਰਕੇ ਫਿਰ ਤੋਂ ਉਸੇ ਜਗ੍ਹਾ ਤੇ ਵਾਪਸ ਆਉਂਦੇ, ਤਾਂ ਉਹ ਸੱਚਾਈ ਦੇ ਨਾਲ ਸਹੀ ਤਰ੍ਹਾਂ ਵਾਪਸ ਪਰਮੇਸ਼ਰ ਦੇ ਅੱਗੇ ਆਉਂਦੇ। Two things. First thing was their disobedience, disregard for God. They would come to church, do what they want, not listen to anybody. ਪਹਿਲੀ ਚੀਜ਼ ਇਹ ਹੈ ਕਿ ਕਈ ਵਾਰ ਹੁੰਦਾ ਕਿ ਅਸੀਂ ਚਰਚ ਦੇ ਵਿੱਚ ਆ ਕੇ ਆਪਣੀ ਆਪ ਨੂੰ ਕਰਨਾ ਚਾਹੁੰਦੇ, ਜੋ ਅਸੀਂ ਕਰਨਾ ਚਾਹੁੰਦੇ ਆ, ਜੋ ਅਸੀਂ ਕਰੀਏ ਉਹ ਚੀਜ਼ਾਂ ਹੀ ਅਸੀਂ ਚਰਚ ਦੇ ਵਿੱਚ ਕਰਦੇ ਹਾਂ। Yeah, and then they were involved with different women. ਅਗਰ ਤੁਸੀਂ ਏਦਾਂ ਕਰਦੇ ਤਾਂ ਤੁਸੀਂ ਫਿਰ They're involved with sleeping with different women. say it again, the first line, brother. I missed And then one the word. second one is they were sleeping No, with no, 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 different no, no, no. women. The first one. The first one. The first one, they were coming to church, they were doing what they want, disobeying God, not listening to anybody. ਕਿਉਂਕਿ ਉਹ ਜਿਹੜੇ ਪੁੱਤਰ ਸੀ ਪਹਿਲੀ ਚੀਜ਼ ਗਲਤ ਕੀ ਕਰ ਰਹੇ ਸੀ, ਉਹ ਚਰਚ ਦੇ ਵਿੱਚ ਆ ਰਹੇ ਸੀ, ਭਵਨ ਦੇ ਵਿੱਚ ਜਾ ਰਹੇ ਸੀ, ਉਹ ਆਪਣੀ ਮਰਜ਼ੀ ਦੇ ਨਾਲ ਜੋ ਕਰਨਾ ਚਾਹੁੰਦੇ ਸੀ ਉਹ ਕਰ ਰਹੇ ਸੀ, ਉਹ ਕਿਸੇ ਦੀ ਆਵਾਜ਼ ਨੂੰ ਨਹੀਂ ਸੀ ਸੁਣਦੇ। Second thing, they were then sleeping with the women in the church. ਤੇ ਦੂਸਰੀ ਖਾਸ ਚੀਜ਼, ਉਹ ਜਿਹੜੀਆਂ ਔਰਤਾਂ ਉੱਥੇ ਕੰਮ ਕਰਦੀਆਂ ਸੀ ਉਹਨਾਂ ਦੇ ਨਾਲ ਹੀ ਜਾ ਕੇ ਸੌਂਦੇ ਵੀ ਸੀ। And they were still in position to do things of God. ਤੇ ਫਿਰ ਵੀ ਉਹ ਉਸ ਜਗ੍ਹਾ ਦੇ ਉੱਤੇ ਬਣੇ ਹੋਏ ਸੀ ਜਿਹੜੀ ਜਗ੍ਹਾ ਉਹਨਾਂ ਨੂੰ ਦਿੱਤੀ ਗਈ ਸੀ, ਉਹਨਾਂ ਨੂੰ ਹਟਾਇਆ ਨਹੀਂ ਗਿਆ। This is what God does not like, when you are still doing things the wrong way. ਤੇ ਇਹੀ ਚੀਜ਼ ਸੀ ਜਿਹੜੀ ਪਰਮੇਸ਼ਰ ਨੂੰ ਬਿਲਕੁਲ ਪਸੰਦ ਨਹੀਂ ਹੈਗੀ ਕਿ ਅਗਰ ਕੋਈ ਕੁਝ ਗਲਤ ਕਰ ਰਿਹਾ ਤੇ ਫਿਰ ਵੀ ਉਸੇ ਜਗ੍ਹਾ ਤੇ ਬਣਿਆ ਹੋਇਆ ਤਾਂ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। Now let's look at the judgment that God is going to give them. ਤੇ ਫਿਰ ਆਓ ਹੁਣ ਅਸੀਂ ਦੇਖਦੇ ਹਾਂ ਕਿ ਕਿਹੜਾ ਨਿਆਂ ਦੀ ਘੜੀ ਸੀ ਜਿਹੜੀ ਉਹਨਾਂ ਦੇ ਉੱਤੇ ਆਈ। You can read from 30, 31. Okay, 31 until 30 to 31. 30? Verse 30 and and 31. ਓਕੇ 30 ਤੇ 31 ਮੈਂ ਦੂਸਰੇ ਚੈਪਟਰ ਦੀ ਪੜਾਂਗਾ। ਸੋ ਯਹੋਵਾ ਇਜ਼ਰਾਈਲ ਦੇ ਪਰਮੇਸ਼ਰ ਦਾ ਵਾਕ ਹੈ ਕਿ ਮੈਂ ਆਖਿਆ ਤਾਂ ਸਹੀ ਕਿ ਤੇਰਾ ਟੱਬਰ ਅਤੇ ਤੇਰੇ ਪਿਓ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਹੋਵਾ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ, ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਹਨਾਂ ਦਾ ਆਦਰ ਕਰਾਂਗਾ, ਪਰ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ। ਵੇਖ ਉਹ ਦਿਨ ਆਉਂਦੇ ਹਨ ਜੋ ਮੈਂ ਤੇਰੀ ਬਾਂਹ ਅਤੇ ਤੇਰੇ ਪਿਓ ਦੇ ਟੱਬਰ ਦੀ ਬਾਂਹ ਅਜਿਹੀ ਵੱਢ ਸੁੱਟਾਂਗਾ ਜੋ ਤੇਰੇ ਘਰ ਵਿੱਚ ਕੋਈ ਬੁੱਢਾ ਨਾ ਹੋਵੇਗਾ। ਆਮੀਨ। Did we understand what God said? ਕੀ ਤੁਸੀਂ ਸਮਝੇ ਕਿ ਪਰਮੇਸ਼ਰ ਕੀ ਕਹਿ ਰਿਹਾ ਇੱਥੇ ਵਿੱਚ? Eli and his sons were meant to serve God. All their generations were meant to serve God in the temple. ਕਿਉਂਕਿ ਪਰਮੇਸ਼ਰ ਨੇ ਏਲੀ ਨੂੰ ਠਹਿਰਾਇਆ ਸੀ ਕਿ ਉਹ ਤੇ ਉਹਦੇ ਆਉਣ ਵਾਲਾ ਜਿੰਨਾ ਵੀ ਟੱਬਰ ਉਸ ਤੋਂ ਬਾਅਦ ਆਵੇਗਾ ਉਹ ਪਰਮੇਸ਼ਰ ਦੇ ਹਜ਼ੂਰ ਉਹਦੀ ਸੇਵਾ ਕਰੇਗਾ ਸਦਾ ਸਦਾ ਦੇ ਲਈ। But he said, not anymore. Not from now onwards, you will not. ਪਰ ਉਹਨੇ ਕਿਹਾ ਹੁਣ ਜੋ ਤੁਸੀਂ ਕੀਤਾ ਅੱਜ ਤੋਂ ਬਾਅਦ ਉਹ ਚੀਜ਼ ਨਹੀਂ ਹੋਵੇਗੀ। He says, I will cut your strength. ਤੇ ਉਹਨੇ of ਕਿਹਾ your ਕਿ ਮੈਂ ਉਸ father's ਚੀਜ਼ house. ਨੂੰ ਵੱਢ ਸਕਾਂਗਾ ਜੋ ਤੁਹਾਡੀ ਤਾਕਤ ਹੈ। And he says, in your family, there will not be any old men. ਤੇ ਫਿਰ ਉਹਨੇ ਖਾਸ ਚੀਜ਼, ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ ਹੈ ਜਿਹੜਾ ਬੁੱਢਾ ਨਹੀਂ ਹੋਵੇਗਾ। They will all die in their young age. ਤੇ ਉਹ ਸਾਰੇ ਦੇ ਸਾਰੇ ਕੀ ਹੈ, ਜਿੰਨੇ ਵੀ ਤੁਹਾਡੇ ਇਸ ਤੋਂ ਬਾਅਦ ਆਉਣਗੇ ਉਹ ਕੀ ਹੈ, ਸਾਰੇ ਦੇ ਸਾਰੇ ਹੀ ਜਵਾਨ ਮਰ ਜਾਣਗੇ। Yeah, you see the consequences that Eli did not correct his son. ਤੁਸੀਂ ਦੇਖਿਆ ਕਿ ਕੀ ਹੋਇਆ ਜਿੱਥੇ ਕਿ ਗਲਤੀ ਹੋਈ ਕਿ ਏਲੀ ਨੇ ਆਪਣੇ ਪੁੱਤਰਾਂ ਨੂੰ ਸਹੀ ਨਹੀਂ ਕੀਤਾ। Today, if any of you are in a position in church and you are allowing sin to operate in the church, God will judge you. ਅਗਰ ਅੱਜ ਤੁਸੀਂ ਕਿਸੇ ਆਪਣੀ ਲੀਡਰਸ਼ਿਪ ਟੀਮ ਦੇ ਵਿੱਚ ਇੱਕ ਲੀਡਰ ਹੋ, ਠੀਕ ਹੈ, ਅਗਰ ਤੁਸੀਂ ਦੇਖ ਰਹੇ ਹੋ ਆਪਣੀ ਅੱਖਾਂ ਦੇ ਨਾਲ ਕੁਝ ਪਾਪ ਹੋ ਰਿਹਾ, ਅਗਰ ਤੁਸੀਂ ਉਹਦਾ ਸਾਥ ਦੇ ਰਹੇ ਹੋ, ਉਸ ਚੀਜ਼ ਨੂੰ ਸਹੀ ਨਹੀਂ ਕਰ ਰਹੇ ਹੋ, ਤਾਂ ਪਰਮੇਸ਼ਰ ਤੁਹਾਡੇ ਨਾਲ ਵੀ ਗੱਲਬਾਤ ਕਰੇਗਾ। This message is for pastors, elders, everybody.
ਤੇ ਇਹ ਜਿਹੜਾ ਅੱਜ ਦਾ ਜਿਹੜਾ ਇਹ ਪ੍ਰਚਾਰ ਹੈ, ਇਹ ਕਿਸੇ ਇੱਕ ਲਈ ਨਹੀਂ, ਸਭ ਦੇ ਲਈ ਹੈ। ਸਭ ਪਾਦਰੀਆਂ ਦੇ ਲਈ, ਜਿੰਨੇ ਬਜ਼ੁਰਗ ਨੇ ਜਾਂ ਜਿੰਨੇ ਲੀਡਰਸ ਨੇ, ਸਭਨਾਂ ਦੇ ਲਈ ਹੈ। That's why most of you know me. If I feel something is wrong, I will say it is wrong. ਤੇ ਤੁਸੀਂ ਮੈਨੂੰ ਸਾਰੇ ਜਾਣਦੇ ਹੋ, ਅਗਰ ਮੈਨੂੰ ਕੋਈ ਚੀਜ਼ ਲੱਗਦੀ ਹੈ ਕਿ ਇਹ ਚੀਜ਼ ਗਲਤ ਹੈ, ਤਾਂ ਮੈਂ ਸਿੱਧਾ ਤੁਹਾਨੂੰ ਕਹਿ ਦੇਣਾ ਕਿ ਇਹ ਚੀਜ਼ ਤੁਹਾਡੇ ਲਈ ਗਲਤ ਹੈ। I will not say, let's put a bandage. Okay, do, no problem. No, sorry. ਤੇ ਪਾਸਟਰ ਜੀ ਕਦੇ ਵੀ ਕਹਿੰਦੇ, ਮੈਂ ਇਹ ਨਹੀਂ ਕਹਿੰਦਾ ਹੁੰਦਾ ਕਿ ਹਾਂ ਚਲੋ ਕੋਈ ਨਹੀਂ, ਇੱਕ ਬੈਂਡੇਜ ਲਾ ਲਓ, ਕੋਈ ਗੱਲ ਨਹੀਂ, ਓਕੇ ਆ, ਜ਼ਖਮ ਢੱਕਿਆ ਜਾਊ। ਨਹੀਂ, ਕਹਿੰਦੇ ਮੈਂ ਸਿੱਧਾ ਕਹਿੰਦਾ ਕਿ ਗਲਤ ਹੈ। Because I know what God will deal with you. ਕਿਉਂਕਿ ਮੈਨੂੰ ਪਤਾ ਹੈ ਕਿ ਪਰਮੇਸ਼ਰ ਤੁਹਾਡੇ ਨਾਲ ਫਿਰ ਕਿਸ ਤਰ੍ਹਾਂ ਗੱਲਬਾਤ ਕਰੇਗਾ। If there's anything wrong in the church, I say my part. If anybody listens to me, good. If they don't listen, I wash mine and say, Lord, that is not my problem anymore. ਮੈਂ ਜਦੋਂ ਵੀ ਚਰਚ ਦੇ ਵਿੱਚ ਅਗਰ ਕੁਝ ਗਲਤ ਦੇਖਦਾ, ਮੈਂ ਜਾ ਕੇ ਉਹ ਕਹਿਣਾ, ਅਗਰ ਉਹ ਮੇਰੀ ਆਵਾਜ਼ ਨੂੰ ਸੁਣਦੇ ਉਹ ਚੰਗੀ ਗੱਲ ਹੈ, ਨਹੀਂ ਤਾਂ ਮੈਂ ਪਰਮੇਸ਼ਰ ਦੇ ਹਜ਼ੂਰ ਜਾ ਕੇ ਕਹਿਣਾ ਕਿ ਪਰਮੇਸ਼ਰ, ਮੈਂ ਆਪਣਾ ਕੰਮ ਕੀਤਾ, ਮੈਂ ਉਹਨਾਂ ਨੂੰ ਦੱਸਿਆ ਕਿ ਗਲਤ ਸੀ, ਹੁਣ ਉਹ ਨਹੀਂ ਸੁਣ ਰਹੇ, ਤਾਂ ਇਹ ਹੁਣ ਮੇਰਾ ਨਹੀਂ, ਮੈਂ ਆਪਣੀ ਸ਼ਾਂਤੀ ਦੇ ਵਿੱਚ ਜਾਵਾਂਗਾ। So I'm just wanting to say to everybody that is listening to this message today, and for people that are listening to the message recorded, be very careful when you do God's work. ਤੇ ਅੱਜ ਜਿੰਨੇ ਵੀ ਮੇਰੇ ਭੈਣਾਂ ਭਰਾਵਾਂ ਨੇ ਇਸ ਪ੍ਰਚਾਰ ਨੂੰ ਸੁਣਿਆ ਜਾਂ ਇਹ ਰਿਕਾਰਡ ਜਿਹੜਾ ਮੈਸੇਜ ਹੈ ਉਸ ਨੂੰ ਸੁਣਨਗੇ, ਉਹਨਾਂ ਸਭਨਾਂ ਦੇ ਲਈ ਹੈ ਕਿ ਤੁਸੀਂ ਜੋ the last line what you say, Be very careful how you do God's work. ਤੇ ਇਸ ਚੀਜ਼ ਦੇ ਵਿੱਚ ਬੜੇ ਸੁਚੇਤ ਹੋ ਜਾਵੋ ਕਿ ਤੁਸੀਂ ਕਿ ਪਰਮੇਸ਼ਰ ਦਾ ਕੰਮ ਕਿਸ ਤਰ੍ਹਾਂ ਕਰ ਰਹੇ ਹੋ। God will not spare you. He did not spare Adam. He did not spare Moses. He did not spare Eli and his sons. ਤੇ ਉਹਨੇ ਕੀ ਹੈ, ਕੋਈ ਵੀ ਤੁਹਾਡੇ ਨਾਲ ਇਸ ਤਰ੍ਹਾਂ ਦਾ ਕੋਈ ਵੀ ਸਮਝੌਤਾ ਜਾਂ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਕਰੇਗਾ। ਨਾ ਉਹਨੇ ਆਦਮ ਤੇ ਹਵਾ ਨਾਲ ਕੀਤੀ, ਨਾ ਉਹਨੇ ਮੂਸਾ ਦੇ ਨਾਲ ਕੀਤੀ, ਨਾ ਹੀ ਉਹਨੇ ਏਲੀ ਦੇ ਨਾਲ ਕੀਤੀ, ਤੇ ਨਾ ਹੀ ਉਹ ਸਾਡੇ ਨਾਲ ਕਰੇਗਾ। So don't think that he will spare you to allow you to do what you want. ਉਹ ਕਦੇ ਵੀ ਇਸ ਤਰ੍ਹਾਂ ਨਹੀਂ ਰੱਖੇਗਾ ਤੁਹਾਨੂੰ ਕਿ ਤੁਸੀਂ ਜੋ ਚਾਹੀਦਾ ਉਹ ਤਾਂ ਕਰਦੇ ਜਾਓ, ਬਲਕਿ ਅਗਰ ਤੁਸੀਂ ਕੁਝ ਸਹੀ ਨਹੀਂ ਕਰ ਰਹੇ, ਹਟਾਈ ਜਾਓਗੇ। Let's look at verse 34. What happens next? ਤੇ ਆਓ ਹੁਣ 34 ਆਇਤ ਦੇ ਵਿੱਚ ਦੇਖਦੇ ਹਾਂ ਕਿ ਕੀ ਹੋਇਆ। You can read 34 and 35. ਓਕੇ, ਮੈਂ 34 ਤੇ 35 ਆਇਤ ਨੂੰ ਪੜਾਂਗਾ ਪੰਜਾਬੀ ਦੇ ਵਿੱਚ। ਅਤੇ ਜੋ ਤੇਰੇ ਦੋਹਾਂ ਪੁੱਤਰਾਂ ਹਾਫਨੀ ਅਤੇ ਫਿਨਹਾਸ ਉੱਤੇ ਬੀਤੇਗਾ, ਸੋ ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗੀ, ਉਹ ਦੋਵੇਂ ਦੇ ਦੋਵੇਂ ਇੱਕ ਦਿਨ ਮਰ ਜਾਣਗੇ, ਅਤੇ ਮੈਂ ਆਪਣੀ ਲਈ ਇੱਕ ਧਰਮੀ ਜਾਜਕ ਖਿਲਾਰਾਂਗਾ ਜੋ ਮੇਰੇ ਮਨ ਤੇ ਜੀ ਅਨੁਸਾਰ ਕਰੇਗਾ, ਅਤੇ ਮੈਂ ਉਹਦੇ ਲਈ ਇੱਕ ਪੱਕਾ ਘਰ ਬਣਾਵਾਂਗਾ, ਅਤੇ ਉਹ ਸਦਾ ਮੇਰੇ ਮੱਸੇ ਕੀਤੇ ਹੋਏ ਦੇ ਅੱਗੇ ਅੱਗੇ ਤੁਰੇਗਾ। ਆਮੇਨ। Very strong stuff, isn't it? ਬਹੁਤ ਹੀ ਜ਼ਿਆਦਾ ਜਿਹੜਾ ਇੱਕ ਕਹ ਲਓ ਵੀ ਮਜ਼ਬੂਤ ਜਿਹੜਾ ਇੱਕ ਸਟੇਟਮੈਂਟ, ਇੱਕ ਵਚਨ ਜਿਹੜਾ ਬੋਲਿਆ ਗਿਆ ਇਹਦੇ ਵਿੱਚ। That's why I say many times to all of you, do not take God's work lightly. Do not compromise the word of God. Do not compromise what is wrong. ਇਸੇ ਕਰਕੇ ਮੈਂ ਤੁਹਾਨੂੰ ਸਭ ਨੂੰ ਕਹਿਣਾ ਹੁੰਦਾ ਕਿ ਕਦੇ ਵੀ ਕੀ ਹੈ, ਪਰਮੇਸ਼ਰ ਦੇ ਸ਼ਬਦ ਨੂੰ ਜਾਂ ਪਰਮੇਸ਼ਰ ਦੇ ਕੰਮ ਨੂੰ ਆਸਾਨ ਤਰੀਕੇ ਨਾਲ ਲਵੋ, ਬਲਕਿ ਕਦੇ ਵੀ ਕਿਸੇ ਚੀਜ਼ ਦੇ ਨਾਲ ਸਮਝੌਤਾ ਨਾ ਕਰੋ। ਅਗਰ ਕੁਝ ਗਲਤ ਹੋ ਰਿਹਾ ਉਹਦੇ ਨਾਲ ਵੀ ਸਮਝੌਤਾ ਨਾ ਕਰੋ। You see, the two boys, God said they will die. ਪਰਮੇਸ਼ਰ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਜਿਹੜੇ ਤੇਰੇ ਦੋਨੇ ਪੁੱਤਰ ਨੇ ਉਹ ਕੀ ਹੈ, ਮਾਰੇ ਜਾਣਗੇ। But verse 35 is very interesting what God said. ਪਰ 35 ਦੇ ਵਿੱਚ ਕੁਝ ਖਾਸ ਹੈ ਜਿਹੜਾ ਪਰਮੇਸ਼ਰ ਉਹਨੂੰ ਕਹਿ ਰਿਹਾ ਹੈ। He said, I will raise up for myself a faithful priest who will do according to what I want him to do. ਫਿਰ ਪਰਮੇਸ਼ਰ ਉਹਨੂੰ ਕਹਿ ਰਿਹਾ, ਕਹਿੰਦਾ ਮੈਂ ਇੱਕ ਧਰਮੀ ਜਾਜਕ ਨੂੰ ਠਹਿਰਾਵਾਂਗਾ ਮੇਰੇ ਲਈ, ਜੋ ਮੇਰੇ ਮਨ ਤੇ ਮੇਰੇ ਜੀ ਦੇ ਅਨੁਸਾਰ ਕੰਮ ਕਰੇਗਾ ਉਸ ਜਗ੍ਹਾ ਤੇ। If you are a leader or a big whatever you are, don't think God will not touch you. God will remove you and will put somebody else in your place. ਇਹ ਆਪਣੇ ਆਪ ਨੂੰ ਕਦੇ ਵੀ ਇਹ ਨਾ ਸਮਝੋ ਕਿ ਮੈਂ ਬਹੁਤ ਵੱਡਾ ਹੋ ਗਿਆ ਜਾਂ ਮੈਨੂੰ ਪਰਮੇਸ਼ਰ ਹੱਥ ਨਹੀਂ ਲਾ ਸਕਦਾ, ਬਲਕਿ ਅਗਰ ਅਸੀਂ ਕੁਝ ਗਲਤ ਕਰਾਂਗੇ ਤੇ ਪਰਮੇਸ਼ਰ ਸਾਨੂੰ ਹਿਲਾ ਕੇ ਉਸ ਜਗ੍ਹਾ ਤੋਂ ਹਟਾ ਵੀ ਸਕਦਾ। This is not my saying. This is all in here. ਇਹ ਮੇਰੇ ਲਫ਼ਜ਼ ਨਹੀਂ ਆ, ਇਹ ਸਭ ਕੁਝ ਜੋ ਵੀ ਆ ਬਾਈਬਲ ਦੇ ਵਿੱਚ, ਵਚਨ ਦੇ ਵਿੱਚ ਲਿਖਿਆ ਹੋਇਆ ਹੈ। So we have to learn for ourselves the right and wrong things. ਤੇ ਇਹ ਸਾਨੂੰ ਆਪਣੇ ਆਪ ਦੇ ਵਿੱਚੋਂ ਸਿੱਖਣ ਦੀ ਜ਼ਰੂਰਤ ਹੈ ਕਿ ਅਸੀਂ ਕੀ ਸਹੀ ਕਰ ਰਹੇ ਹਾਂ ਜਾਂ ਕੀ ਗਲਤ ਕਰ ਰਹੇ ਹਾਂ। We looked at the 3 examples today in the Bible. ਤੇ ਅੱਜ ਅਸੀਂ 3 ਉਦਾਹਰਨਾਂ ਨੇ ਜਿਹੜੀਆਂ ਬਾਈਬਲ ਦੇ ਵਿੱਚੋਂ ਦੇਖੀਆਂ ਨੇ। Today I ask you, who are you pleasing, God or men? ਹੁਣ ਮੈਂ ਤੁਹਾਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ ਇਹਨਾਂ ਸਾਰੀਆਂ ਕਹਾਣੀਆਂ ਤੋਂ ਬਾਅਦ ਕਿ ਤੁਸੀਂ ਕਿਸ ਨੂੰ ਮਹਿਮਾ ਦੇ ਰਹੇ ਹੋ, ਪਰਮੇਸ਼ਰ ਨੂੰ ਜਾਂ ਕਿਸੇ ਇਨਸਾਨ ਨੂੰ।
Take some time, think about it. Who am I pleasing? Am I ਸਮਾਂ pleasing ਲਓ, men? Am I ਸੋਚੋ, pleasing my pastor? I'm pleasing my leaders. I'm pleasing who? ਸਮਾਂ ਲਓ, ਸੋਚੋ ਤੇ ਦੇਖੋ ਕਿ ਮੈਂ ਕਿਹਨੂੰ ਮਹਿਮਾ ਦੇ ਰਿਹਾ। ਮੈਂ ਕਿਸੇ ਇਨਸਾਨ ਨੂੰ ਮਹਿਮਾ ਦੇ ਰਿਹਾ, ਜਾਂ ਮੈਂ ਆਪਣੇ ਪਾਦਰੀ ਨੂੰ ਮਹਿਮਾ ਦੇ ਰਿਹਾ, ਜਾਂ ਜੋ ਮੇਰੇ ਤੇ ਉੱਚ ਅਧਿਕਾਰੀ ਠਹਿਰਾਇਆ ਗਿਆ ਮੈਂ ਉਹਨੂੰ ਮਹਿਮਾ ਦੇ ਰਿਹਾ, ਜਾਂ ਕਿਹਨੂੰ ਦੇ ਰਿਹਾ। The answer should always be God first. ਤੁਸੀਂ ਲੋਕਾਂ ਨੂੰ ਮਹਿਮਾ ਦੇ ਰਹੇ When is somebody saying something? ਹੋ। Okay. Harvinder aunty said that before whatever I do, I don't know, maybe I am pleasing the people, worldly people, okay, but from today's message, I please the God, not to the people. It is not our duty to please men. Our duty is Okay. to please God. ਇਹ ਸਾਡਾ ਕੰਮ ਨਹੀਂ ਆ ਕਿ ਅਸੀਂ ਲੋਕਾਂ ਨੂੰ ਮਹਿਮਾ ਦਈਏ, ਬਲਕਿ ਸਾਡਾ ਕੰਮ ਹੈ ਅਸੀਂ ਪਰਮੇਸ਼ਰ ਨੂੰ ਮਹਿਮਾ ਦਈਏ। I was in one ministry before. I was working in one ministry before. ਤੇ ਮੈਂ ਇੱਕ ਸੇਵਕਾਈ ਦੇ ਵਿੱਚ ਪਹਿਲਾਂ ਕੰਮ ਕਰਦਾ ਹੁੰਦਾ ਸੀਗਾ। I was in a high position. ਮੈਂ ਬੜੇ ਉੱਚ ਅਹੁਦੇ ਦੇ ਉੱਤੇ ਸੀ ਉਸ ਸੇਵਕਾਈ ਦੇ ਵਿੱਚ। But a lot of things were wrong. ਪਰ ਬਹੁਤ ਚੀਜ਼ਾਂ ਸੀ ਜਿਹੜੀਆਂ ਉੱਥੇ ਗਲਤ ਹੋ ਰਹੀਆਂ ਸੀ। I chose to leave that because I didn't want to get involved with the wrong things. ਤੇ ਮੈਂ ਉਸ ਚੀਜ਼ ਨੂੰ ਛੱਡ ਦਿੱਤਾ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਉਹਦਾ ਹਿੱਸਾ ਬਣ ਜਾਵਾਂ ਜੋ ਗਲਤ ਹੋ ਰਿਹਾ। That's why I'm not for position. I'm here only because of God. ਮੈਂ ਕਦੇ ਵੀ ਕਿਸੇ ਅਹੁਦੇ ਦੇ ਲਈ ਨਹੀਂ ਹੁੰਦਾ, ਬਲਕਿ ਮੈਂ ਉਸ ਚੀਜ਼ ਲਈ ਹਾਂ ਜੋ ਮੇਰਾ ਪਰਮੇਸ਼ਰ ਮੈਥੋਂ ਚਾਹ ਰਿਹਾ। I was in one. I'd gone to one church a long time ago one day, and I was talking about communion. Holy Communion, right? Yes, yeah. ਕੁਝ ਸਾਲ ਕਾਫੀ ਟਾਈਮ ਪਹਿਲਾਂ ਦੀ ਗੱਲ ਹੈ, ਇੱਕ ਚਰਚ ਦੇ ਵਿੱਚ ਮੈਂ ਜੁੜਿਆ, ਮੈਂ ਗਿਆ ਤੇ ਉੱਥੇ ਮੈਂ ਪ੍ਰਭੂ ਭੋਜ ਦੇ ਬਾਰੇ ਕੁਝ ਗੱਲਬਾਤ ਕਰੀ। The pastor said to me, "Don't have to worry about it. People just take it. It's okay. We can just give anybody. Children, they take everything." ਤੇ ਫਿਰ ਉਸ ਸਮੇਂ ਦੇ ਉੱਤੇ ਕੀ ਹੈ, ਮੇਰੇ ਨਾਲ ਮੰਨ ਕੇ ਚਲੋ ਵੀ ਮੈਂ ਪਾਦਰੀ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਪ੍ਰਭੂ ਭੋਜ ਦੇ ਬਾਰੇ। ਤੇ ਪਾਦਰੀ ਨੇ ਕਿਹਾ, ਕਹਿੰਦਾ ਕੋਈ ਚੱਕਰ ਨਹੀਂ, ਜੋ ਮਰਜ਼ੀ ਹੈ, ਜਿਹੜਾ ਮਰਜ਼ੀ ਹੈ ਲੈਵੇ, ਕੋਈ ਚੱਕਰ ਨਹੀਂ ਹੈਗਾ, ਚਾਹੇ ਬੱਚੇ ਆ ਕੋਈ ਵੀ ਹੈ, ਜਿਹੜਾ ਨੂੰ ਜੀ ਕਰਦਾ ਲੈਣ ਦਿਓ। I said, sorry, pastor. I have to explain to them before I do this. ਪਰ ਮੈਂ ਪਾਦਰੀ ਨੂੰ ਕਿਹਾ, ਕਹਿੰਦੇ ਪਰ ਮੈਂ ਇਸ ਚੀਜ਼ ਨੂੰ ਕੀ ਆ ਵਿਆਖਿਆ ਇਹਦੀ ਕਰਨੀ ਚਾਹਾਂਗਾ ਕਿ ਪ੍ਰਭੂ ਭੋਜ ਹੈ ਕੀ ਆ, ਉਸ ਤੋਂ ਬਾਅਦ ਉਹ ਲੈਣ। Yeah, because God says, do not take these things lightly. ਕਿ ਪਰਮੇਸ਼ਰ ਨੇ ਕਿਹਾ ਕਿ ਮੇਰੇ ਵਚਨ ਨੂੰ ਤੁਸੀਂ ਸਧਾਰਨ ਤਰੀਕੇ ਨਾ ਲਓ। The pastor said to me, no, it's okay. I said, pastor, please find somebody else. I cannot do this. ਤਾਂ ਪਾਦਰੀ ਨੇ ਕਿਹਾ, ਕਹਿੰਦਾ ਨਹੀਂ ਏਦਾਂ ਹੀ ਜਾਣ ਦੇ, ਕੋਈ ਚੱਕਰ ਨਹੀਂ। ਤਾਂ ਫਿਰ ਕਹਿੰਦਾ ਮੈਂ ਉਸ ਸਮੇਂ ਤੇ ਪਾਦਰੀ ਨੂੰ ਕਿਹਾ ਕਿ ਸੌਰੀ, ਮੈਨੂੰ ਮਾਫ ਕਰੋ, ਮੈਂ ਇਹ ਚੀਜ਼ ਨਹੀਂ ਕਰ ਸਕਦਾ, ਤੁਸੀਂ ਕਿਸੇ ਹੋਰ ਨੂੰ ਇਸ ਜਗ੍ਹਾ ਤੇ ਲੈ ਕੇ ਆਓ ਜੋ ਇਦਾਂ ਕਰ ਸਕੇ। Because it will be on my head if I am not doing the right things before these people. ਕਿਉਂਕਿ ਉਹ ਚੀਜ਼ ਦਾ ਜਿਹੜਾ ਨਿਆਂ ਸੀ ਉਹ ਮੇਰੇ ਉੱਤੇ ਆਉਣਾ ਸੀਗਾ। ਅਗਰ ਮੈਂ ਉਹਨਾਂ ਨੂੰ ਸਮਝਾਵਾਂਗਾ ਨਹੀਂ, ਦੱਸਾਂਗਾ ਨਹੀਂ, ਤੇ ਏਦਾਂ ਹੀ ਪ੍ਰਭੂ ਭੋਜ ਦੇ ਦਿੰਦਾ, ਉਹਦਾ ਭਾਰ ਮੇਰੇ ਉੱਤੇ ਆਉਣਾ ਸੀ, ਤਾਂ ਮੈਂ ਇਹ ਭਾਰ ਨਹੀਂ ਲੈ ਸਕਦਾ ਸੀ। These things are very serious. We need to take the things of God serious. ਕਿਉਂਕਿ ਇਹ ਇੱਕ ਸਵਾਲ ਹੈ ਤੇ ਉੱਤਰ ਹੈ ਕਿ ਸਾਨੂੰ ਜਿਹੜੇ ਵੀ ਪਰਮੇਸ਼ਰ ਦੇ ਕੰਮ ਨੇ ਉਹਨਾਂ ਨੂੰ ਬੜੇ ਸੀਰੀਅਸ ਹੋ ਕੇ ਲੈਣ ਦੀ ਜ਼ਰੂਰਤ ਹੈ। So even today, any one of you that is in situation, that are in positions, make sure you're doing the right thing. Stand up for the truth. Stand up for righteousness. ਤੇ ਅੱਜ ਮੈਂ ਤੁਹਾਨੂੰ ਸਭ ਨੂੰ, ਜੋ ਵੀ ਤੁਸੀਂ ਕਿਸੇ ਲੀਡਰਸ਼ਿਪ ਦੇ ਵਿੱਚੋਂ ਜਾਂ ਕਿਸੇ ਅਹੁਦੇ ਦੇ ਵਿੱਚੋਂ, ਤਾਂ ਮੈਂ ਤੁਹਾਨੂੰ ਅੱਜ ਇੱਕ ਸਵਾਲ ਕਰੂੰਗਾ ਤੇ ਦੱਸਣਾ ਚਾਹਾਂਗਾ ਉਸ ਸਵਾਲ ਦੇ ਉੱਤਰ ਦੇ ਵਿੱਚ ਕਿ ਜੋ ਤੁਸੀਂ ਕਰ ਰਹੇ ਹੋ ਆਪਣੇ ਅਹੁਦੇ ਦੇ ਮੁਤਾਬਕ ਉਹ ਸਹੀ ਕਰ ਰਹੇ ਹੋ। ਹਮੇਸ਼ਾ ਸਹੀ ਕਰੋ ਤੇ ਸੱਚਾਈ ਦੇ ਨਾਲ ਖੜੋ। As long as you're doing the right thing, God is with you. ਜਿੰਨਾ ਚਿਰ ਤੁਸੀਂ ਸਹੀ ਚੀਜ਼ਾਂ ਕਰਦੇ ਜਾਓਗੇ ਪਰਮੇਸ਼ਰ ਤੁਹਾਡੇ ਨਾਲ ਹੈ। But if you are compromising and saying it's okay, don't worry, God is coming for you. ਅਗਰ ਤੁਸੀਂ ਸਮਝੌਤਾ ਕਰਦੇ ਜਾਓਗੇ ਤਾਂ ਪਰਮੇਸ਼ਰ ਵੀ ਤੁਹਾਡਾ ਸਾਥ ਛੱਡਦਾ ਜਾਵੇਗਾ। We just read all the scriptures. Read them again and you will see for yourself what God will do with people that do not listen to what he says. ਤੇ ਜੋ ਅੱਜ ਆਪਾਂ ਪੜ੍ਹਿਆ ਸੁਣਿਆ, ਠੀਕ ਹੈ, ਦੁਬਾਰਾ ਫਿਰ ਪੜ੍ਹਿਓ, ਘਰੇ ਜਾ ਕੇ ਫਿਰ ਸੁਣਿਓ, ਦੇਖਿਓ ਕਿ ਜੋ ਉਹਨਾਂ ਨੇ ਕੀਤਾ, ਫਿਰ ਪਰਮੇਸ਼ਰ ਨੇ ਕੀ ਉਹਨਾਂ ਦੇ ਨਾਲ ਕੀਤਾ। Amen. So with this, I'm going to close, but I just wanted to share with you guys that tomorrow you cannot say that nobody told me this. It is good to share, laugh, joke, do all that is fun.
but important, serious business of this sometimes is neglected in the churches. ਤੇ ਅੱਜ ਮੈਂ ਤੁਹਾਨੂੰ ਇਹ ਗੱਲਬਾਤ ਦੱਸੀ ਹੈ ਤਾਂ ਕੱਲ ਨੂੰ ਤੁਹਾਡੇ ਕੋਲੇ ਇਹ ਇੱਕ ਬਹਾਨਾ ਨਹੀਂ ਬਣਦਾ ਕਿ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀਗਾ, ਬਲਕਿ ਮੈਂ ਅੱਜ ਤੁਹਾਨੂੰ ਉਸ ਚੀਜ਼ ਨੂੰ ਦੱਸਿਆ ਕਿ ਤੁਸੀਂ ਕੀ ਹੈ ਇਸ ਚੀਜ਼ ਨੂੰ ਸੀਰੀਅਸ ਲਓ, ਇਹ ਕੀ ਇਹਦੇ ਵਿੱਚ ਕੀ ਹੈ। This stuff is not something very lightly you can just drink. This is hard stuff. You need to bite, chew, understand what it is. ਇਹ ਐਦਾਂ ਦੀ ਇੱਕ ਸਧਾਰਨ ਚੀਜ਼ ਨਹੀਂ ਹੈਗੀ ਕਿ ਪਾਣੀ ਦੀ ਘੁੱਟ ਦੀ ਤਰ੍ਹਾਂ ਇਹਨੂੰ ਪੀ ਲਓ ਤੇ ਪੀਤੀ ਜਾਊਗੀ, ਬਲਕਿ ਇਹਨੂੰ ਕੀ ਇੱਕ ਬੁਰਕੀ ਤਰ੍ਹਾਂ ਖਾਓ ਕਿ ਅੰਦਰ ਲਓ, ਉਸ ਚੀਜ਼ ਨੂੰ ਲਓ, ਪੜੋ। I can give you very nice messages, laughing, joking, all that fun. I can give you a lot of messages like that. ਤੇ ਮੈਂ ਤੁਹਾਨੂੰ ਬੜੇ ਪ੍ਰਚਾਰ ਕਰ ਸਕਦਾ ਜਿਹਦੇ ਉੱਤੇ ਮੈਂ ਹਾਸੀ ਮਜ਼ਾਕ ਵਾਲੇ ਜਾਂ ਕੁਝ ਵੀ ਇਦਾਂ ਦੇ ਪ੍ਰਚਾਰ ਕਰਾਂ, ਠੀਕ ਹੈ, ਮੈਂ ਕਰ ਸਕਦਾ, ਪਰ ਨਹੀਂ, ਇਹ ਵੀ ਜ਼ਰੂਰਤ ਹੈ। But what will you learn from that? ਤਾਂ ਸਵਾਲ ਇਹ ਹੈ ਕਿ ਤੁਸੀਂ ਉਹਦੇ ਵਿੱਚੋਂ ਸਿੱਖੋਗੇ ਕੀ? Your spiritual life will only be laughing, joking, and fun. ਤੁਹਾਡੀ ਆਤਮਿਕ ਜ਼ਿੰਦਗੀ ਵੀ ਉਦਾਂ ਦੀ ਹੀ ਬਣ ਜਾਵੇਗੀ, ਹੱਸਣਾ ਖੇਡਣਾ ਤੇ ਜੋ ਵੀ ਜੋਕ ਹੈ ਉਹ ਇਦਾਂ ਦੀ। But when you take stuff like this today, it will develop you to become stronger inside. ਪਰ ਜਿਹੜਾ ਤੁਸੀਂ ਅੱਜ ਪ੍ਰਚਾਰ ਸੁਣਿਆ, ਇਹਨੂੰ ਅਗਰ ਤੁਸੀਂ ਲਓਗੇ ਤਾਂ ਤੁਸੀਂ ਅੰਦਰੋਂ ਅੰਦਰੀ ਜਿਹੜੇ ਕੀ ਹੈ ਮਜ਼ਬੂਤ ਹੋ ਜਾਓਗੇ। And I believe that everyone that is watching today, you will become strong and do the things of God. I believe that. ਮੇਰਾ ਪੂਰਾ ਵਿਸ਼ਵਾਸ ਹੈ ਕਿ ਜਿੰਨਿਆਂ ਨੇ ਵੀ ਇਹਨੂੰ ਸੁਣਿਆ ਤੇ ਦੇਖਿਆ, ਠੀਕ ਹੈ, ਤਾਂ ਮੇਰਾ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਚੀਜ਼ ਨੂੰ ਕਰੋਗੇ ਤਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਿਹਤਰ ਕੰਮ ਹੋਣ। I know because this message came to me on Monday, Tuesday morning. Somebody, I was speaking to somebody last week and they were saying, how do you get all these messages? I said, the Holy Spirit just brings them. ਮੈਨੂੰ ਪਿਛਲੇ ਇਹ ਜਿਹੜਾ ਮੈਸੇਜ ਦੇ ਬਾਰੇ ਹੈ ਮੰਡੇ ਜਾਂ ਟਿਊਜ਼ਡੇ ਦੀ ਗੱਲ ਹੈ ਜਿਹੜੀ ਸਵੇਰ ਦੀ ਹੈ, ਠੀਕ ਹੈ, ਉਹਦੇ ਬਾਰੇ ਗੱਲਬਾਤ ਹੋਈ ਹੈ। ਲਾਸਟ ਲਾਈਨ ਆਈ ਮਿਸ ਬ੍ਰਦਰ, ਵਾਟ ਯੂ ਸੇ? ਲਾਸਟ ਲਾਈਨ I said this message came to me very strongly Monday and Tuesday. ਇਹ ਜਿਹੜਾ ਮੈਸੇਜ ਸੀ ਜੋ ਮੈਂ ਤੁਹਾਡੇ ਨਾਲ ਦੱਸਿਆ, ਇਹ ਮੈਸੇਜ ਬੜੀ ਹੀ ਮਜ਼ਬੂਤੀ ਦੇ ਤਰੀਕੇ ਕਹਿ ਲਓ ਵੀ ਆਇਆ ਮੇਰੇ ਕੋਲੇ ਸੋਮਵਾਰ ਤੇ ਮੰਗਲਵਾਰ ਸਵੇਰੇ। And I asked the question, who is this? Is this for me? Is this for my church, for my family? Who is this for? Is this for Cyprus Church? Who is this for? ਤੇ ਫਿਰ ਮੈਂ ਸਾਫ਼-ਸਾਫ਼ ਪਰਮੇਸ਼ਰ ਨੂੰ ਪੁੱਛਿਆ ਕਿ ਮੇਰੇ ਲਈ ਹੈ ਜਾਂ ਮੇਰੇ ਪਰਿਵਾਰ ਦੇ ਲਈ ਹੈ ਜਾਂ ਮੇਰੀ ਚਰਚ ਦੇ ਲਈ ਹੈ ਜਾਂ ਸਾਈਪਰਸ ਚਰਚ ਦੇ ਲਈ, ਕਿਹਦੇ ਲਈ ਹੈ? Because God will only show you things what is happening around you. ਕਿਉਂਕਿ ਪਰਮੇਸ਼ਰ ਸਿਰਫ ਉਹਨਾਂ ਹੀ ਚੀਜ਼ਾਂ ਨੂੰ ਤੁਹਾਨੂੰ ਦਿਖਾਏਗਾ ਜੋ ਤੁਹਾਡੇ ਆਸ-ਪਾਸ ਹੋ ਰਿਹਾ ਹੈ। Because he needs something to be done. ਕਿਉਂਕਿ ਉਹ ਚਾਹੁੰਦਾ ਪਰਮੇਸ਼ਰ ਕਿ ਕੁਝ ਹੋਵੇ। Amen. So I hope this was beneficial for all of you. ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਇਸ ਪ੍ਰਚਾਰ ਨੇ ਅੱਜ ਕੁਝ ਲਾਹਾ ਦਿੱਤਾ ਹੋਊਗਾ, ਲਾਹੇਵੰਦ ਹੋਇਆ ਹੋਵੇਗਾ ਤੁਹਾਡੇ ਲਈ। Yeah. I can get some feedback from you as well. We can stop the recording. Yes. Yeah, recording stop. Just 1 minute, brother.